कि कैप्टन अमरिंदर सिंह ने सारा कुछ करा के खीर ते जाके कोर्ट च ढेर हो जाना कीता। बिना बात ਉਹਦੇ ਤੇ ਵੀ सवाल खड़े करी जाते हैं। बाद भी 72 घंटिਆਂ ਦਾ कैप्टन अमरिंदर सिंह ਨੂੰ सरकार ਨੂੰ अल्टीमेटम दिता होया, ਇਹਦਾ इंसाफ करो, ਇਹਦਾ सारा कुछ सामने आओ, नहीं तो फिर अगले प्रोग्राम की सारे ਨਾਲ तालमेल चल रहा। ਜਿਹੜੀ खट्टड़ा ने चलान सुखबीर बादल ने अपना अकाली दल पार्टी ਨੂੰ खत्म कर दिता। जथेदार साहब की हाज़री च ये मता पास किया गया, शायद पहली बार ये रेजोल्यूशन पास होया कि RSS जी माइनॉरिटीज़ ਨੂੰ दबाउਣ की कोशिश कर रही है। RSS ਨੂੰ पूरा हक आ कि वो अपने धर्म का प्रचार प्रसार करन, पर साडे धर्म च दखलअंदाजी ना कर। सानू इन्हां तो खतरा ਜਿਹੜੇ ਸਾਡੇ ਲਿਬਾਸ ਵਿੱਚ ਆ ਤੇ ਕੰਮ ਵੀ ਸਾਡੇ ਹੀ ਖਿਲਾਫ ਕਰਦੇ ਆ। ਸਾਡਾ ਸੌਦਾ ਸਾਧਨ ਇਤਰਾਜ਼ ਇਹੀ ਕਿ ਸਾਡੇ ਸਿੱਖ ਧਰਮ 'ਚ ਦਖਲ ਦਿੰਦਾ ਸੀ, ਤਾਂ ਇਹ ਕਢਾ ਕੇ ਮੈਂ ਉਹਦੇ ਸਾਹਮਣੇ ਖੜਾ ਹੋਇਆ। ਜਾਂਦੇ ਜਾਂਦੇ ਇਹ ਵੀ ਗੱਲ ਕਲੀਅਰ ਕਰ ਦਿਓ ਕਿ ਫਿਰ ਇਹ ਦੋਸਤੀ ਕਿਵੇਂ ਗੂੜੀ ਹੋਈ ਤੇ ਫਿਰ ਡੇਰਾ ਮੁਖੀ ਤੁਹਾਡੇ ਬਰਾਤੀ ਕਿਵੇਂ ਬਣੇ। ਸਤਿ ਸ਼੍ਰੀ ਅਕਾਲ, ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਸਲਾ ਬੇਅਦਬੀ ਦਾ ਮਸਲਾ ਹੈ, ਜਿਹੜਾ ਕਿ 2017 ਤੋਂ ਕਹਿਣ ਦਾ ਭਾਵ ਪਿਛਲੀ ਸਰਕਾਰ ਤੋਂ ਇਹ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਦੋਸ਼ੀਆਂ ਨੂੰ ਇਨਸਾਫ ਮਿਲੇਗਾ। ਬਹੁਤ ਵੱਡੇ ਵੱਡੇ ਮੋਰਚੇ ਵੀ ਲਗਾਏ ਗਏ। ਬਰਗਾੜੀ ਮੋਰਚਾ ਸਭ ਤੋਂ ਵੱਡਾ ਮੋਰਚਾ ਸੀ, ਹਾਲਾਂਕਿ ਉਸ ਮੋਰਚੇ 'ਤੇ ਵੀ ਕਈ ਸਵਾਲ ਖੜੇ ਹੋਏ ਜਦੋਂ ਉਸ ਨੂੰ ਚੁੱਕਿਆ ਗਿਆ। ਪਰ ਹੁਣ ਨਵੀਆਂ ਕਈ ਡਿਵੈਲਪਮੈਂਟ ਹੋ ਚੁੱਕੀਆਂ ਨੇ। ਕੁੰਵਰ ਵਿਜੇ ਪ੍ਰਤਾਪ ਵਾਲੀ ਡਿਵੈਲਪਮੈਂਟ ਹੋ ਚੁੱਕੀ ਹੈ, ਸਿੱਟ ਖਾਰਜ ਹੋ ਚੁੱਕੀ ਹੈ, ਪਰ ਹਾਲੇ ਤੱਕ ਮਸਲੇ 'ਤੇ ਕਹਿ ਲਓ ਕਿ ਨਿਪਟਾਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਅਜਿਹੇ 'ਚ ਸਿਆਸੀ ਤੌਰ 'ਤੇ ਤਾਂ ਕਈ ਤਰ੍ਹਾਂ ਦੀ ਉਥਲ ਪੁਥਲ ਹੋ ਰਹੀ ਹੈ, ਪਰ ਸਿੱਖ ਜਥੇਬੰਦੀਆਂ, ਸਿੱਖ ਸਮਾਜ ਇਸ ਬਾਰੇ ਕੀ ਸੋਚਦਾ ਹੈ, ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ, ਯਾਨੀ ਕਿ ਹਰਿਆਣੇ ਦੀ ਜਿਹੜੀ ਕਮੇਟੀ ਆ ਉਹਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਇਸ ਵਕਤ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਪੱਖ ਹੈ, ਔਰ ਕੋਸ਼ਿਸ਼ ਕਰਾਂਗੇ ਕਿ ਬਲਜੀਤ ਸਿੰਘ ਦਾਦੂਵਾਲ 'ਤੇ ਜਿੰਨੇ ਵੀ ਸਵਾਲ ਖੜੇ ਹੁੰਦੇ ਨੇ, ਚਾਹੇ ਉਹ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਨੂੰ ਲੈ ਕੇ ਹੈ, ਚਾਹੇ RSS ਦੇ ਮਸਲੇ 'ਤੇ ਹੈ, ਚਾਹੇ ਉਹਨਾਂ ਨੂੰ ਕਾਂਗਰਸਮੈਨ ਕਿਹਾ ਜਾਂਦਾ ਹੈ, ਇਹਨਾਂ ਤਮਾਮ ਵਿਸ਼ਿਆਂ 'ਤੇ ਬਲਜੀਤ ਸਿੰਘ ਦਾਦੂਵਾਲ ਤੋਂ ਅਸੀਂ ਅੱਜ ਜਵਾਬ ਲਵਾਂਗੇ। ਬਹੁਤ ਬਹੁਤ ਸਵਾਗਤ ਦਾਦੂਵਾਲ ਸਾਹਿਬ ਤੁਹਾਡਾ ਜਗਬਾਣੀ 'ਤੇ। ਧੰਨਵਾਦ ਜੀ ਸੋਢੀ ਸਾਹਿਬ ਤੁਹਾਡਾ ਔਰ ਜਗਬਾਣੀ ਟੀਵੀ ਦਾ, ਸਾਰੇ ਤੁਹਾਡੀ ਟੀਮ ਦਾ, ਸਾਰਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਦੂਵਾਲ ਸਾਹਿਬ, ਸਭ ਤੋਂ ਪਹਿਲਾ ਸਵਾਲ ਬੇਅਦਬੀ ਦੇ ਮਸਲੇ 'ਤੇ ਮੈਂ ਮੋਰਚੇ ਦੀ ਗੱਲ ਕੀਤੀ ਹੈ। ਐਡਾ ਵੱਡਾ ਉਹ ਜੋ ਐਜੀਟੇਸ਼ਨ ਹੋਇਆ, ਪਰ ਹੁਣ ਕਾਂਗਰਸ ਦੀ ਸਰਕਾਰ ਵੀ ਖਤਮ ਹੋਣ ਦੇ ਕਿਨਾਰੇ 'ਤੇ ਹੈ। ਤੁਸੀਂ ਇਹ ਗੱਲ ਕਹੀ ਸੀ ਕਿ ਸਾਨੂੰ ਕੈਪਟਨ ਸਾਹਿਬ ਨੇ ਭਰੋਸਾ ਦੇ ਦਿੱਤਾ ਹੈ, ਇਸ ਕਰਕੇ ਅਸੀਂ ਮੋਰਚਾ ਫਤਿਹ ਕੀਤਾ, ਪਰ ਹਾਲੇ ਤੱਕ ਕੋਈ ਵੀ ਨਹੀਂ ਹੋਇਆ। ਦੇਖੋ ਸੋਢੀ ਸਾਹਿਬ, ਇਹ ਗੱਲ ਜਿਹੜਾ ਤੁਹਾਡਾ ਸਵਾਲ ਹੈ ਸ਼ਾਇਦ ਉਹ ਵਾਜਬ ਨਹੀਂ, ਉਹ ਠੀਕ ਨਹੀਂ ਆ। ਮੈਂ ਕਦੇ ਨਹੀਂ ਕਿਹਾ ਕਿ ਕੈਪਟਨ ਨੇ ਭਰੋਸਾ ਦੇ ਦਿੱਤਾ ਤੇ ਅਸੀਂ ਮੋਰਚਾ ਉਠਾ ਦਿੱਤਾ। ਮੋਰਚਾ ਅਸੀਂ ਉਠਾਉਣਾ ਨਹੀਂ ਸੀ ਚਾਹੁੰਦੇ। ਸਾਰੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਬਰਗਾੜੀ ਮੋਰਚੇ ਦੀਆਂ ਸਪੋਰਟਰ ਸੀਗੀਆਂ, ਉਹਨਾਂ ਨੇ ਜਥੇਦਾਰ ਮੰਡ ਸਾਹਿਬ ਜਿਹੜੇ ਸਾਡੇ ਮੋਰਚਾ ਡਿਕਟੇਟਰ ਸੀਗੇ, ਉਹਨਾਂ ਨੂੰ ਕਿਹਾ ਸੀਗਾ ਕਿ ਸਮਾਂ ਨਹੀਂ ਹੈ ਇਸ ਤਰ੍ਹਾਂ ਮੋਰਚਾ ਉਠਾਇਆ ਜਾਵੇ। ਉਹਨਾਂ ਨੇ ਕਿਹਾ ਸਾਰੇ ਪੰਥ ਨੂੰ, ਕੌਮ ਨੂੰ, ਅਸੀਂ ਵੀ ਕਿਹਾ ਜਿੰਨੀਆਂ ਜਥੇਬੰਦੀਆਂ ਨੇ, ਸੰਤ ਮਹਾਂਪੁਰਸ਼ ਆਏ, ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਲਈ ਜਾਵੇ। 9 ਤਰੀਕ ਨੂੰ ਸਰਕਾਰ ਦੇ 2 ਮੰਤਰੀ ਗਏ ਸੀ, ਕਈ MLAs ਗਏ ਸੀ, ਤਾਂ ਅਸੀਂ 16 ਤਰੀਕ ਜਿਹੜੀ ਸੀ ਉਹਨਾਂ ਨੂੰ ਕਹਿ ਰਹੇ ਸੀ ਜਥੇਦਾਰ ਮੰਡ ਸਾਹਿਬ ਨੂੰ। ਪਰ ਜਥੇਦਾਰ ਮੰਡ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਹੋਈ, ਉਸ ਦੇ ਬਿਨਾਂ ਦੇ ਉੱਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਬਿਨਾਂ ਭਰੋਸੇ 'ਚ ਲਏ ਬੇਵਿਸ਼ਵਾਸੀ ਦੇ ਵਿੱਚ ਮੋਰਚਾ ਚੱਕਣ ਦਾ ਐਲਾਨ ਕੀਤਾ, ਜਦੋਂ ਕਿ ਅਸੀਂ ਸਾਰੇ ਰੋਕ ਰਹੇ ਸੀ। ਸਾਡੇ ਨਾਲ ਲਿਖਤੀ ਗੱਲਬਾਤ ਜਿਹੜੀ ਜਥੇਬੰਦੀਆਂ ਦੇ ਆਗੂ ਸੀਗੇ, ਜਿਹੜੀਆਂ ਬਰਗਾੜੀ ਮੋਰਚੇ ਦੀਆਂ ਸਪੋਰਟਰ ਜਥੇਬੰਦੀਆਂ ਸੀ, ਲਿਖਤੀ ਗੱਲਬਾਤ ਕੈਪਟਨ ਸਰਕਾਰ ਦੀ ਚੱਲ ਰਹੀ ਸੀ। ਪਰ ਜਥੇਦਾਰ ਉਹਨਾਂ ਨੇ ਫਿਰ ਜਦੋਂ ਅਸੀਂ ਅੜ ਗਏ ਕੁਝ ਰਿਹਾਈਆਂ 'ਤੇ, ਕੁਝ ਜੇਲ੍ਹ ਤਬਦੀਲੀਆਂ 'ਤੇ ਬੇਅਦਬੀ ਦੇ ਦੋਸ਼ੀਆਂ ਨੂੰ ਨਾਮਜ਼ਦ ਕਰਨ 'ਤੇ, ਤਾਂ ਫਿਰ ਸਾਨੂੰ ਬਾਈਪਾਸ ਕਰਕੇ ਉਹਨਾਂ ਨੇ ਸਿੱਧੀ ਜਥੇਦਾਰ ਮੰਡ ਸਾਹਿਬ ਨਾਲ ਗੱਲ ਕਰ ਲਈ ਸੀਗੀ ਕੈਪਟਨ ਅਮਰਿੰਦਰ ਸਿੰਘ ਨੇ, ਤਾਂ ਫਿਰ ਉਹਨਾਂ ਨੇ ਮੋਰਚਾ ਚੱਕਣ ਦਾ ਐਲਾਨ ਕੀਤਾ। ਪਰ ਮੈਂ ਇਸ ਗੱਲ 'ਤੇ ਵੀ ਕਹਿਣਾ ਚਾਹੁੰਦਾ ਕਿ 2 ਮੰਤਰੀ ਗਏ ਉੱਥੇ ਜਾ ਕੇ ਸਟੇਜ ਦੇ ਉੱਤੇ ਬੋਲੇ, ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਜਲਦੀ ਦੋਸ਼ੀਆਂ ਨੂੰ ਜਿਹੜਾ ਹੈਗਾ ਕਟਹਿਰੇ 'ਚ ਖੜਾ ਕਰ ਦਾਂਗੇ। ਅਕਸਰ ਸੋਢੀ ਸਾਹਿਬ ਮੋਰਚੇ ਲੱਗਦੇ ਆ, ਧਰਨੇ ਮੁਜ਼ਾਹਰੇ ਹੁੰਦੇ ਆ, ਸਰਕਾਰਾਂ ਭਰੋਸੇ ਦਿੰਦੀਆਂ, ਉੱਠਦੇ ਵੀ ਆ ਜੀ ਤੁਹਾਡੇ ਸਾਹਮਣੇ, ਤਾਂ ਸਰਕਾਰ ਦੀ ਨੇਕ ਨੀਤੀ 'ਤੇ ਕੰਮ ਕਰਦਾ। ਹੁਣ ਮੈਂ ਇੱਥੇ ਜਥੇਦਾਰ ਮੰਡ ਸਾਹਿਬ ਨੂੰ ਵੀ ਜੇ ਪਾਸੇ ਛੱਡਦੇ ਹਾਂ ਵੀ ਚਲੋ ਉਹਨਾਂ ਨੇ ਸਾਨੂੰ ਬੇਵਿਸ਼ਵਾਸੀ ਰੱਖੀ, ਭਰੋਸੇ 'ਚ ਨਹੀਂ ਲਿਆ ਜਥੇਬੰਦੀਆਂ ਨੂੰ ਵੀ, ਪਰ ਦੂਸਰੀ ਗੱਲ ਜੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ 'ਤੇ ਚਲੋ ਚੱਕਣ ਦਾ ਐਲਾਨ ਵੀ ਕਰ ਦਿੱਤਾ, ਹੁਣ ਇਹਦਾ ਕੈਪਟਨ ਅਮਰਿੰਦਰ ਸਿੰਘ 'ਤੇ ਡਿਪੈਂਡ ਕਰਦਾ ਨਾ ਕਿ ਉਹਨਾਂ ਇਨਸਾਫ ਦੇਣਾ ਕਿ ਨਹੀਂ। 17 'ਚ ਸਰਕਾਰ ਬਣਾਉਣ ਤੋਂ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਬਰਗਾੜੀ ਬੇਅਦਬੀ ਦੀਆਂ ਪੈੜਾਂ ਬਾਦਲਾਂ ਦੇ ਘਰ ਨੂੰ ਜਾਂਦੀਆਂ ਨੇ, ਹੁਣ ਸਾਰਾ ਜ਼ੋਰ ਬਾਦਲਾਂ ਨੂੰ ਬਚਾਉਣ 'ਤੇ ਲਾ ਦਿੱਤਾ। ਸੋ ਮੈਂ ਸਮਝਦਾ ਇਹਦੇ ਵਿੱਚ ਜਿਹੜਾ ਸੋਢੀ ਸਾਹਿਬ ਜਿਹੜਾ ਸਿੱਖ ਵਿਰੋਧੀ ਨਿਜ਼ਾਮ ਆ, ਇਨਸਾਫ ਵਿਰੋਧੀ ਨਿਜ਼ਾਮ ਆ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਨਿਜ਼ਾਮ ਆ, ਜਿਹੜਾ ਸਾਨੂੰ ਕਦੇ ਵੀ ਇਨਸਾਫ ਦੇਣਾ ਚਾਹੁੰਦਾ, ਚਾਹੇ ਉਹ 84 ਦੇ ਕਤਲੇਆਮ ਦਾ ਹੋਵੇ, ਚਾਹੇ ਉਹ ਝੂਠੇ ਪੁਲਿਸ ਮੁਕਾਬਲਿਆਂ ਦਾ ਹੋਵੇ, ਤੇ ਚਾਹੇ ਉਹ ਬਰਗਾੜੀ ਬੇਅਦਬੀ ਦਾ ਤੇ ਬਾਈਬਲ ਗੋਲੀ ਕਾਂਡ ਕੋਟਕਪੂਰੇ ਦਾ ਕਾਂਡ ਹੋਵੇ, ਇਹਦਾ ਇਨਸਾਫ ਜਿਹੜਾ ਉਹ ਸਾਨੂੰ ਨਹੀਂ ਦੇਣਾ ਚਾਹੁੰਦੇ। ਤੇ ਉਸ ਨਿਜ਼ਾਮ ਦੇ
ਪਿਆਦੇ ਬਣ ਕੇ ਕੰਮ ਕਰਦੇ ਆ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ, ਸੁਖਬੀਰ ਸਿੰਘ ਬਾਦਲ ਹੋਵੇ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ। ਜਿਹੜਾ ਹੁਣ ਤੱਕ ਅਸੀਂ ਰਿਜ਼ਲਟ ਕੱਢਿਆ ਉਹ ਇਹੀ ਆ ਕਿ ਇਹ ਨਿਜ਼ਾਮ ਸਾਨੂੰ ਇਨਸਾਫ ਦੇਣਾ ਹੀ ਨਹੀਂ ਚਾਹੁੰਦਾ। ਹੁਣ ਜੇ ਕਿਤੇ ਕੋਈ ਘਟਨਾ ਵਾਪਰਦੀ ਆ, ਦੁੱਖ ਤਕਲੀਫ ਹੁੰਦੀ, ਬੰਦਾ ਪੁਲਿਸ ਕੋਲੇ ਜਾਂਦਾ, ਸਰਕਾਰ ਕੋਲੇ ਜਾਂਦਾ, ਫਿਰ ਕੋਰਟ ਕੋਲੇ ਜਾਂਦਾ। ਹੁਣ ਪੁਲਿਸ ਦਾ ਵੀ ਇਨਸਾਫ ਨਹੀਂ, ਕੋਰਟ ਦਾ ਵੀ ਇਨਸਾਫ ਨਹੀਂ, ਸਰਕਾਰਾਂ ਦਾ ਵੀ ਇਨਸਾਫ ਨਹੀਂ, ਬੰਦਾ ਜਾਊ ਕਿੱਥੇ ਇਨਸਾਫ ਲੈਣ ਵਾਸਤੇ। ਪਰ ਸਵਾਲ ਇਹ ਹੈ, ਵੱਡਾ ਸਵਾਲ ਇਹ ਉੱਠ ਰਿਹਾ ਕਿ ਤੁਸੀਂ ਤੇ ਮਾਨ ਸਾਹਿਬ ਕਾਂਗਰਸ ਦੇ ਰਾਜ ਦੇ ਅੰਦਰ ਬੋਲਦੇ ਕਿਉਂ ਨਹੀਂ? ਤੁਸੀਂ ਬੋਲੇ ਕਿਉਂ ਨਹੀਂ? ਤੁਹਾਡਾ ਐਜੀਟੇਸ਼ਨ ਕਿਉਂ ਨਹੀਂ ਹੋਇਆ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਤੇ? ਤੁਸੀਂ ਵੱਡਾ ਵਿਰੋਧ ਕਿਉਂ ਨਹੀਂ ਕੀਤਾ? ਦੇਖੋ ਅਸੀਂ ਤਾਂ ਕਾਂਗਰਸ ਦੇ ਰਾਜ 'ਚ ਹੀ ਐਜੀਟੇਸ਼ਨ ਕੀਤਾ ਨਾ। ਅਸੀਂ ਬਾਦਲਾਂ ਵੇਲੇ ਐਜੀਟੇਸ਼ਨ ਕੀਤਾ, ਰੋਡ ਬਲੌਕ ਕੀਤੇ, ਸਾਨੂੰ ਉਹਨਾਂ ਚੱਕ ਕੇ ਜੇਲ੍ਹਾਂ 'ਚ ਸਿੱਟ ਦਿੱਤਾ। 4-4 5-5 ਮਹੀਨੇ ਅਸੀਂ ਜੇਲ੍ਹਾਂ 'ਚ ਰਹੇ ਹਾਂ। ਜੇ ਜੇਲ੍ਹ 'ਚੋਂ ਰਿਹਾਈ ਹੁੰਦੀ ਸੀ ਤਾਂ ਅਗਲੇ ਕੇਸ ਦੇ ਵਿੱਚ ਪਾ ਕੇ ਸਾਨੂੰ ਜੇਲ੍ਹਾਂ 'ਚ ਸਿੱਟ ਦਿੰਦੇ ਸੀਗੇ ਬਾਦਲ। ਉਹਨਾਂ ਨੇ ਤਾਂ ਸਾਨੂੰ 1.5 ਸਾਲ ਜਿਹੜਾ ਸੀਗਾ ਸਾਡੇ ਨਾਲ ਇਸੇ ਤਰ੍ਹਾਂ, ਜੇ ਅਸੀਂ ਗੁਰਦੁਆਰਿਆਂ ਦੇ ਤਖਤਾਂ ਦੇ ਦਰਸ਼ਨ ਕਰਨ ਜਾਂਦੇ ਸੀ ਤਾਂ ਸਾਨੂੰ ਬਾਹਰੋਂ ਫੜ ਕੇ ਜੇਲ੍ਹਾਂ 'ਚ ਸਿੱਟ ਦਿੰਦੇ ਸੀਗੇ। ਕਰਦੇ ਕਹਿੰਦੇ ਕਾਂਗਰਸ ਨਾਲ ਮੈਚ ਫਿਕਸ ਕਰਕੇ ਇਹ ਧਰਨਾ ਖਤਮ ਕੀਤਾ ਚਲੋ ਗਿਆ। ਕਹਿਣ ਨੂੰ ਤਾਂ ਜਿਹੜੇ ਦੋਸ਼ੀ ਹੁੰਦੇ ਉਹ ਤਾਂ ਬਹੁਤ ਕੁਝ ਹੁਣ ਦੋਸ਼ੀ ਜਿਹੜੇ ਨੇ ਉਹ ਤਾਂ ਕੁੰਵਰ ਵਿਜੇ ਪ੍ਰਤਾਪ ਤੇ ਵੀ ਜਿਹਨੇ ਨਿਰਪੱਖ ਜਾਂਚ ਕੀਤੀ ਬਿਨਾਂ ਦਬਾਅ ਤੋਂ, ਉਹਦੇ ਤੇ ਵੀ ਸਵਾਲ ਖੜੇ ਕਰੀ ਜਾਂਦੇ ਆ। ਸਵਾਲ ਖੜੇ, ਦੋਸ਼ੀ ਤਾਂ ਹਮੇਸ਼ਾ ਬੋਲਦਾ ਇਸ ਤਰ੍ਹਾਂ, ਉਹ ਆਪਣੇ ਬਚਾਓ ਵਾਸਤੇ। ਇਹ ਜਿਹੜਾ ਮੋਰਚਾ ਸੀਗਾ ਅਸੀਂ ਕਾਂਗਰਸ ਦੇ ਰਾਜ 'ਚ ਹੀ ਤਾਂ ਲਾਇਆ ਸੀਗਾ। ਕਾਂਗਰਸ ਦੇ ਰਾਜ 'ਚ ਅਸੀਂ ਬਾਦਲਾਂ ਨੂੰ ਕੰਡੈਮ ਕੀਤਾ, ਅਸੀਂ ਕਾਂਗਰਸ ਨੂੰ। ਉੱਥੇ ਜਿਹੜਾ ਬਰਗਾੜੀ ਮੋਰਚੇ 'ਚ ਬਾਦਲ ਕੈਪਟਨ ਦੋਸਤੀ ਮੁਰਦਾਬਾਦ ਦੇ ਵੀ ਨਾਅਰੇ ਲੱਗਦੇ ਰਹੇ ਆ, ਤੁਹਾਡੇ ਸਾਹਮਣੇ। ਉੱਥੇ ਇਕੱਲਾ ਬਾਦਲਾਂ ਦੇ ਖਿਲਾਫ ਨਹੀਂ ਲੱਗੇ, ਕੈਪਟਨਾਂ ਦੇ। ਹੁਣ ਜੇਕਰ ਜਾਂਚ ਰੱਦ ਹੋਈ ਆ ਤਾਂ ਉਹਦੇ 'ਚ ਅਸੀਂ ਕੈਪਟਨ ਸਰਕਾਰ ਨੂੰ ਕਿਹਾ, ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜਿਹੜੇ ਰਾਹ ਬਾਦਲ ਗਏ ਆ ਉਸੇ ਰਾਹ ਪੰਥ ਦੇ ਪੰਜਾਬ ਦੇ ਲੋਕ ਤੁਹਾਨੂੰ ਭੇਜਣਗੇ, ਕਿਉਂਕਿ ਇਹਦੇ ਤੇ ਗੁਰਬਾਣੀ ਦੀ ਬੇਅਦਬੀ ਤੇ ਰਾਜਨੀਤੀ ਕਿਸੇ ਨਹੀਂ ਚੱਲੇਗੀ। ਇਹਦੇ ਤੇ ਇਨਸਾਫ ਚਾਹੀਦਾ। 4 ਸਾਲ ਤੁਹਾਡੇ ਲੰਘ ਗਏ ਆ, 5-7 ਮਹੀਨੇ ਰਹਿ ਗਏ, ਇਨਸਾਫ ਤੁਸੀਂ ਕਦੋਂ ਦੋਗੇ? ਪਰ ਬਾਦਲ ਤਾਂ ਇਸ ਗੱਲ ਨੂੰ ਸੈਲੀਬ੍ਰੇਟ ਕਰਦੇ, ਉਹ ਕਹਿੰਦੇ ਕਿ ਦੇਖੋ ਸਾਨੂੰ ਤਾਂ ਕੋਰਟ ਨੇ ਕਲੀਨ ਚਿਟ ਦੇ ਦਿੱਤੀ ਹੈ, ਇਹਦਾ ਮਤਲਬ ਸਿੱਟ ਦੀ ਰਿਪੋਰਟ ਬਿਲਕੁਲ ਗਲਤ ਹੈਗੀ ਸੀ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇੱਥੋਂ ਹੀ ਉਹਨਾਂ ਦਾ ਜਿਹੜਾ ਹੈਗਾ ਨਾ ਝੂਠ ਨੰਗਾ ਹੁੰਦਾ, ਉਹਨਾਂ ਦਾ ਪਾਪ ਨੰਗਾ ਹੁੰਦਾ। ਜੇਕਰ ਉਹ ਸਿੱਖ ਹੋਣ ਤੇ ਬੇਅਦਬੀ ਦੇ ਇਨਸਾਫ ਅਜੇ ਤੱਕ ਹੋਇਆ ਨਹੀਂ, ਤੇ ਜੇਕਰ ਕੋਈ ਜਾਂਚ ਹੋਈ ਤੇ ਉਹਨੂੰ ਜਾਂਚ ਨੂੰ ਕੋਰਟ ਨੇ ਰੱਦ ਕੀਤਾ ਤੇ ਉਹ ਜਸ਼ਨ ਮਨਾ ਰਹੇ, ਉਹ ਕਾਹਦੇ ਸਿੱਖ ਆ? ਉਹਨਾਂ ਨੂੰ ਤਾਂ ਦੁੱਖ ਜ਼ਾਹਰ ਕਰਨਾ ਚਾਹੀਦਾ ਰਹੇ ਨੇ ਇਸ ਗੱਲ ਤੇ ਕਿ ਦੇਖੋ ਜੀ ਕੁੰਵਰ ਵਿਜੇ ਪ੍ਰਤਾਪ ਵੀ ਅਸੀਂ ਪਾਸੇ ਕਰਤਾ। ਜੇ ਕੁੰਵਰ ਵਿਜੇ ਪ੍ਰਤਾਪ ਐਡਾ ਮਾੜਾ ਤੇ ਉਹਨਾਂ ਨੇ ਆਪਣੇ ਰਾਜ ਵਿੱਚ ਕਿਉਂ ਲਾ ਛੱਡਿਆ ਸੀ ਉਹਨੂੰ? ਉਹਨਾਂ ਦੇ ਰਾਜ ਵਿੱਚ ਵੀ ਕੁੰਵਰ ਵਿਜੇ ਪ੍ਰਤਾਪ ਵੱਡੇ ਅਹੁਦਿਆਂ ਤੇ ਰਿਹਾ। ਤੇ ਹੁਣ ਜੇ ਕੁੰਵਰ ਵਿਜੇ ਪ੍ਰਤਾਪ ਜੇ ਸਹੀ ਜਾਂਚ ਕਰ ਰਿਹਾ, ਉਹਨਾਂ ਨੂੰ ਸਵਾਲ ਜਵਾਬ ਕਰ ਲਏ ਤੇ ਅੱਜ ਉਹਨਾਂ ਦੇ ਪਾਪ ਕੰਬ ਗਏ ਤੇ ਉਹਨਾਂ ਨੂੰ ਕੁੰਵਰ ਵਿਜੇ ਪ੍ਰਤਾਪ ਮਾੜਾ ਲੱਗਣ ਲੱਗ ਗਿਆ। ਕੁੰਵਰ ਨੂੰ ਅਸੀਂ ਤਾਂ ਨਹੀਂ ਹਟਾਇਆ ਨਾ, ਕੁੰਵਰ ਨੂੰ ਤਾਂ ਸਿਸਟਮ ਨੇ ਹਟਾਇਆ। ਨਹੀਂ, ਉਹਨੂੰ ਹਟਾਉਣ ਵਾਸਤੇ ਉਹਨਾਂ ਨੇ ਤਾਂ ਉਦੋਂ ਦਾ ਹੀ ਜ਼ੋਰ ਲਾਇਆ ਨਾ, ਕਹਿ ਰਹੇ ਆ ਉਹਨਾਂ ਨੂੰ ਤਾਂ। ਦੇਖੋ ਮੈਨੂੰ ਇੱਕ ਗੱਲ ਆਪ ਗਏ ਕਹਿੰਦੇ ਰਿਜ਼ਾਈਨ ਵੀ ਆਪ ਕੀਤਾ, ਕੋਰਟ ਨੇ ਉਹਨੂੰ ਪਾਸ ਕੀਤਾ, ਤੇ ਕਹਿੰਦੇ ਅਦਾਲਤ ਤੋਂ ਵੱਡਾ ਕੀ ਹੋ ਸਕਦਾ? ਇਹ ਤਾਂ ਰੋਸ ਹੈ ਨਾ ਜੀ। ਦੇਖੋ ਇਹ ਤਾਂ ਕੁੰਵਰ ਵਿਜੇ ਪ੍ਰਤਾਪ ਇੱਕ ਅਫਸਰ ਨੇ ਜਾਨ ਤੇ ਖੇਡ ਕੇ, ਜਾਨ ਤਲੀ ਤੇ ਰੱਖ ਕੇ ਵੱਡੇ ਵੱਡੇ ਅਫਸਰਾਂ ਦੀ, ਵੱਡੇ ਵੱਡੇ ਲੀਡਰਾਂ ਦੀ ਜਾਂਚ ਕੀਤੀ ਹੋਵੇ, ਜਿੱਥੋਂ ਵੱਡੇ ਵੱਡੇ ਅਫਸਰ ਪਛਾਣ ਹੋ ਗਏ ਸੀ ਸਿੱਟ ਦੇ ਵਿੱਚੋਂ। ਤਾਂ ਉਸ ਬੰਦੇ ਦਾ ਰੋਸ ਆ ਵੀ ਮੈਂ ਤੇ ਸਾਰਾ ਕੁਝ ਜ਼ਿੰਦਗੀ ਦਾ ਤੇ ਲਾਤੀ ਤੇ ਜਿਹੜੀ ਮੈਂ ਮਿਹਨਤ ਕੀਤੀ ਆ ਉਹਨੂੰ ਪਾਣੀ ਫੇਰ ਦਿੱਤਾ ਗਿਆ ਵਾ। ਕੁੰਵਰ ਵਿਜੇ ਪ੍ਰਤਾਪ ਦਾ ਰੋਸ ਆ। ਦੂਜੇ ਪਾਸੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਇਹ ਜਿਹੜੇ ਇਨਸਾਫ ਕਰਨਾ ਕਿਹਨੇ ਆ? ਬਾਦਲਾਂ ਨੂੰ ਤਾਂ ਨਾਂ ਜਸਟਿਸ ਜੋਰਾ ਸਿੰਘ ਆਪ ਦਾ ਲਾਇਆ ਹੋਇਆ, ਜਿਹੜਾ ਕਮਿਸ਼ਨ ਸੀ ਉਹ ਵੀ ਪ੍ਰਵਾਨ ਨਹੀਂ ਸੀ ਉਹਨਾਂ ਦਾ। ਪ੍ਰਿੰਸੀਪਲ ਸੈਕਟਰੀ ਉਹਦੀ ਰਿਪੋਰਟ ਨਹੀਂ ਲਈ ਉਹਨੇ। ਫਿਰ ਉਹਨਾਂ ਨੂੰ ਜਸਟਿਸ ਜਿਹੜਾ ਮਾਰਕੰਡੇ ਕਾਰਜੂ ਪੀਪਲ ਕਮਿਸ਼ਨ ਬਣਾਇਆ ਸੀ ਸੰਗਤਾਂ ਵੱਲੋਂ, ਉਹ ਵੀ ਪ੍ਰਵਾਨ ਨਹੀਂ। ਫਿਰ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਪ੍ਰਵਾਨ ਨਹੀਂ, ਉਹਦੀ ਰਿਪੋਰਟ ਉਹਨਾਂ ਰੱਦੀ 'ਚ ਵੇਚੀ ਵਿਧਾਨ ਸਭਾ ਦੇ ਬਾਹਰ। ਉਹਨਾਂ ਨੂੰ ਕੁੰਵਰ ਵਿਜੇ ਪ੍ਰਤਾਪ ਵੀ ਪ੍ਰਵਾਨ ਨਹੀਂ ਆ। ਤੇ ਫਿਰ ਮੈਂ ਤਾਂ ਇੱਕੋ ਗੱਲ ਕਹੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਜਾਂ ਵਿਰਸਾ ਵਲਟੋਏ ਵਰਗਾ ਨਾਲ ਲੈ ਲਓ ਤੇ ਇਹਨਾਂ ਦੀ ਸਿੱਟ ਬਣਾ ਦਿਓ, ਫਿਰ ਇਹੀ ਜਾਂਚ ਕਰ ਲੈਣ। ਕਿਉਂਕਿ ਇਹਨਾਂ ਨੂੰ ਤਾਂ ਕੋਈ ਜਾਂਚ ਅਖੀਰ ਕਹਿਣਗੇ ਜੀ ਇਹ ਕਾਂਗਰਸ ਦੀ ਬਣਾਈ ਹੋਈ ਸਿੱਟ ਹੈ, ਕਾਂਗਰਸ ਦਾ ਬਣਾਇਆ ਕਮਿਸ਼ਨ। ਜਿਹਦਾ ਰਾਜ ਹੁੰਦਾ ਉਹਨਾਂ ਨੇ ਕਮਿਸ਼ਨ ਬਣਾਉਣਾ। ਜਦੋਂ ਬਾਦਲਾਂ ਦਾ ਰਾਜ ਸੀ ਬਾਦਲਾਂ ਨੇ ਕਮਿਸ਼ਨ ਬਣਾਇਆ ਸੀਗਾ, ਹੁਣ ਕੈਪਟਨ ਦਾ ਰਾਜ ਸੀਗਾ, ਕਾਂਗਰਸ ਦਾ ਰਾਜ ਸੀ, ਉਹਨਾਂ ਨੇ ਕਮਿਸ਼ਨ ਬਣਾਇਆ। ਇਹਨਾਂ ਨੂੰ ਤਾਂ ਕੁਝ ਵੀ ਪ੍ਰਵਾਨ ਨਹੀਂ ਹੈ। ਪਰ ਵਿਰਸਾ ਸਿੰਘ ਵਲਟੋਆ ਹੋਰ ਇਹ ਗੱਲ ਕਹਿੰਦੇ ਆ, ਉਹ ਕਹਿੰਦੇ ਆ ਕਿ ਸਰਕਾਰ ਕਾਂਗਰਸ ਦੀ ਹੈ ਤੇ ਦਾਦੂਵਾਲ ਸਾਹਿਬ ਵਾਰ ਸਾਡੇ ਤੇ ਕਰਦੇ। ਉਹ ਕਹਿੰਦੇ ਕਾਂਗਰਸ ਨੂੰ ਰੋਕਿਆ ਕੀ ਨੇ ਹੈ? ਸਾਨੂੰ ਚੱਕ ਕੇ ਅੰਦਰ ਕਰ ਦੇਣ ਜੇ ਅਸੀਂ ਦੋਸ਼ੀ ਹੈਗੇ ਆ ਤਾਂ। ਤੁਸੀਂ ਮੰਨਦੇ ਹੋ ਕਿ ਇਸ ਮਾਮਲੇ 'ਚ ਹੁਣ ਸਰਕਾਰ ਤਾਂ ਕਾਂਗਰਸੀ ਹੈ ਤਾਂ ਨਲਾਇਕੀ? ਕਿ ਉਹਦੇ ਵਕੀਲਾਂ ਦੀ ਫੌਜ ਢੇਰ ਹੋਈ ਆ ਕੋਰਟ ਦੇ ਵਿੱਚ, ਚਾਹੇ ਉਹ ਏਜੀ ਅਤੁਲ ਨੰਦਾ, ਚਾਹੇ ਬਾਕੀ ਫੌਜ ਆ, ਜਿਨ੍ਹਾਂ ਨੇ ਫਾਈਟ ਹੀ ਨਹੀਂ ਕੀਤੀ ਕੋਰਟ ਦੇ ਅੰਦਰ ਜਾ ਕੇ ਢੇਰ ਹੋ ਗਏ। ਮਿਲੀ ਭੁਗਤ ਕਰਕੇ ਅਸੀਂ ਤਾਂ ਸਮਝਦੇ ਸਾਰਾ ਕੁਝ ਹੋਇਆ ਵਾ। ਤੇ ਉਦੋਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬਿਆਨਬਾਜ਼ੀ ਕਿਹਦੀ ਹੋਈ ਆ? ਸਾਡੀ ਹੋਈ ਆ। ਜਿੰਨੇ ਟੀਵੀ ਚੈਨਲ ਨੇ, ਜਿੰਨੀਆਂ ਅਖਬਾਰਾਂ ਨੇ, ਪ੍ਰੈਸ ਕਾਨਫਰੰਸ ਕੀਤੀ ਆ ਮੈਂ ਸਪੈਸ਼ਲ ਇਹਦੇ ਤੇ। ਪੰਥਕ ਜਥੇਬੰਦੀਆਂ ਨੇ, ਇਹ ਪਹਿਲੀ ਵਾਰ ਹੋਇਆ ਕਿ ਹਾਈ ਕੋਰਟ ਦਾ ਵੀ ਘਿਰਾਓ ਕੀਤਾ ਗਿਆ। ਨਹੀਂ ਤੇ ਮੁੱਖ ਮੰਤਰੀਆਂ ਦੇ ਤਾਂ ਡੀਸੀ ਐਸਡੀਐਮ ਦੇ ਤਾਂ ਘਿਰਾਓ ਹੁੰਦੇ ਸੀ, ਕਦੇ ਕੋਰਟ ਦਾ ਘਿਰਾਓ ਨਹੀਂ ਸੀ ਹੋਇਆ। ਪੰਥ ਵਿੱਚ ਇੰਨਾ ਰੋਸ ਆ। ਪੰਥਕ ਜਥੇਬੰਦੀਆਂ, ਉਹੀ ਬਰਗਾੜੀ ਇਨਸਾਫ ਮੋਰਚੇ ਦੀਆਂ ਸਪੋਰਟਰ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਸਾਰੇ ਉਹਨਾਂ ਨੇ ਜਾ ਕੇ ਜਿਹੜਾ ਘਿਰਾਓ ਕੀਤਾ, ਗ੍ਰਿਫਤਾਰੀਆਂ ਵੀ ਹੋਈਆਂ। ਕੋਰਟ ਦਾ ਵੀ ਘਿਰਾਓ, ਕੋਰਟ ਤੇ ਵੀ ਬੇਵਿਸ਼ਵਾਸੀ ਪੈਦਾ ਹੋਈ। ਸਰਕਾਰਾਂ ਦੇ ਤਾਂ ਹੈ ਹੀ ਸੀਗੀ। ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਜਾਂ ਤਾਂ ਇਨਸਾਫ ਦੇਣਾ ਪਊਗਾ, ਨਹੀਂ ਤਾਂ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ, ਤੁਸੀਂ ਵੀ ਗੁਟਕਾ ਸਾਹਿਬ ਦੀ ਸਹੁੰ ਖਾਧੀ
ਤੇ ਸਹੁੰ ਖਾ ਕੇ ਇਨਸਾਫ ਨਹੀਂ ਦੇ ਰਹੇ। ਉਹ 17 ਤੋਂ ਪਹਿਲਾਂ ਵਾਲੇ ਬਿਆਨ ਤੁਸੀਂ ਆਪਣੇ ਦੇਖੋ, ਨਾ ਤਾਂ ਅਸੀਂ ਦੇਖੋ ਬਾਦਲਾਂ ਦੀ ਮਕਾਣੇ ਜਾਣਾ, ਨਾ ਕਾਂਗਰਸ ਦੀ ਜਾਣਾ, ਸਾਨੂੰ ਤਾਂ ਚਾਹੀਦਾ ਇਨਸਾਫ। ਉਹ ਬਾਦਲ ਕਰ ਦਿੰਦੇ, ਅਸੀਂ ਬਾਦਲਾਂ ਵੇਲੇ ਵੀ ਬਾਦਲ CBI ਨੂੰ ਭੱਜਦੇ ਸੀ, ਅਸੀਂ ਕਹਿੰਦੇ ਨਹੀਂ ਬਾਦਲ ਕਰਾਉਣ, ਬਾਦਲ ਆਪਣੀ ਪੁਲਿਸ ਤੋਂ ਕਰਾਉਣ, ਅਸੀਂ CBI ਦੀ ਮੰਗ ਹੀ ਨਹੀਂ ਕੀਤੀ। ਹੁਣ ਵੀ ਅਸੀਂ ਕਿਹਾ ਕੈਪਟਨ ਕਰਾਵੇ। ਹੁਣ ਜੇ ਬਾਦਲ ਕੈਪਟਨ ਰਲ ਗਏ, ਇਹਨਾਂ ਦੇ ਸਮਝੌਤੇ ਹੋ ਗਏ ਆ, ਜੋ ਗੱਲ ਹੁਣ ਪਹਿਲਾਂ ਲੋਕਾਂ ਨੂੰ ਸ਼ੱਕ ਸੀਗਾ, ਹੁਣ ਗੱਲ ਬਾਹਰ ਆ ਗਈ ਹੈ ਕਿ ਜਿਹੜੇ ਇਹਨਾਂ ਦੇ ਸਮਝੌਤੇ, ਜਦੋਂ ਬਾਦਲਾਂ ਦਾ ਰਾਜ ਉਹਨਾਂ ਕੈਪਟਨ ਨੂੰ ਕੁਛ ਨਹੀਂ ਕਹਿਣਾ, ਤੇ ਜਦੋਂ ਕੈਪਟਨ ਦਾ ਰਾਜ ਉਹਨਾਂ ਬਾਦਲਾਂ ਕੁਛ ਨਹੀਂ ਕਹਿਣਾ। ਹੁਣ ਤਾਂ ਪੰਥ ਦੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਵੀ ਅਸੀਂ ਪੰਥ ਦੇ ਪੰਜਾਬ ਨੂੰ ਬਚਾਉਣਾ ਕਿਵੇਂ ਆ, ਤੇ ਬੇਅਦਬੀ ਦਾ ਇਨਸਾਫ ਕਿਵੇਂ ਲੈਣੇ ਆ। ਉਸ ਪਾਵਰ ਦੇ ਵਿੱਚ ਪੰਜਾਬ ਦੇ ਲੋਕ ਆਉਣ ਕਿ ਖੁਦ ਇਨਸਾਫ ਵਾਲੀ ਜਿਹੜੀ ਕੁਰਸੀ ਆ ਉਹਦੇ ਤੇ ਬੈਠਣ, ਤੇ ਤਾਂ ਇਹਦਾ ਇਨਸਾਫ ਹੋਣਾ। ਮੈਨੂੰ ਨਹੀਂ ਲੱਗਦਾ ਵੀ ਕੈਪਟਨ ਜਾਂ ਬਾਦਲ ਇਹਦਾ ਨਾ ਬਾਦਲਾਂ ਨੇ ਕੀਤਾ, ਨਾ ਕੈਪਟਨ ਕਰਦਾ ਨਜ਼ਰ ਆ ਰਿਹਾ ਇਹਦੇ ਵਿੱਚ। ਸਿੱਖ ਜਥੇਬੰਦੀਆਂ ਦਾ ਹੁਣ ਅਗਲਾ ਕਦਮ ਕੀ ਹੋਊਗਾ? ਖਾਸ ਤੌਰ ਤੇ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਹੁਣ ਕੀ ਅਗਲਾ ਬਲੂਪ੍ਰਿੰਟ ਤਿਆਰ ਦੇਖੋ ਜਥੇਬੰਦੀਆਂ ਮੇਰੇ ਸੰਪਰਕ 'ਚ ਸਾਰੀਆਂ, ਜਿੰਨਾ ਬਰਗਾੜੀ ਇਨਸਾਫ ਮੋਰਚੇ ਦੀਆਂ ਸਪੋਰਟਰ ਸੀ, ਹੁਣ ਵੀ ਮੈਨੂੰ ਮਿਲੇ ਸੀਗੇ। ਉਹ ਆ ਜਿਹੜਾ ਘਰਾਓ ਕੀਤਾ, ਇਸ ਤੋਂ ਬਾਅਦ ਵੀ 72 ਘੰਟਿਆਂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ, ਇਹਦਾ ਇਨਸਾਫ ਕਰੋ, ਇਹਦਾ ਸਾਰਾ ਕੁਝ ਸਾਹਮਣੇ ਲਿਆਓ, ਨਹੀਂ ਤਾਂ ਫਿਰ ਅਗਲੇ ਪ੍ਰੋਗਰਾਮ ਦੀ ਸਾਰਿਆਂ ਨਾਲ ਤਾਲਮੇਲ ਚੱਲ ਰਿਹਾ, ਸਾਰਿਆਂ ਨਾਲ ਗੱਲਬਾਤ ਚੱਲ ਰਹੀ ਹੈ, ਤੇ ਬਹੁਤ ਵੱਡਾ ਜਿਹੜਾ ਸੰਘਰਸ਼ ਆ ਉਹ ਵੀ ਇਹਦੇ ਵਿੱਚੋਂ ਰੋਸ ਦੇ ਵਿੱਚੋਂ ਉੱਠ ਸਕਦਾ। ਇਹ ਜ਼ਰੂਰੀ ਨਹੀਂ ਹੈ ਕਿ ਪਹਿਲਾਂ ਬਰਗਾੜੀ ਮੋਰਚਾ ਲੱਗਾ 6.5 ਮਹੀਨਿਆਂ ਬਾਅਦ ਜੀ ਉਹ ਖਤਮ ਹੋ ਗਿਆ ਤੇ ਹੁਣ ਮੋਰਚਾ ਨਹੀਂ ਲੱਗ ਸਕਦਾ। ਮੋਰਚਾ ਵੀ ਲੱਗ ਸਕਦਾ, ਬਹੁਤ ਕੁਝ ਹੋ ਸਕਦਾ। ਪਰ ਅਸੀਂ ਮੋਰਚੇ ਦੀ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਪਹਿਲਾਂ ਵਾਲੇ ਮੋਰਚੇ ਤੋਂ ਲੋਕ ਨਿਰਾਸ਼ ਬਹੁਤ ਹੋਏ ਤੁਹਾਡੇ। ਨਹੀਂ, ਇਹ ਹੁੰਦਾ, ਉਤਰਾਅ ਚੜ੍ਹਾਅ ਬਣੇ ਰਹਿੰਦੇ ਆ। ਤੁਸੀਂ ਇਹ ਵੀ ਗੱਲ ਦੇਖੋ ਨਾ ਕਿ ਇਹ ਜਿਹੜੀਆਂ ਜਥੇਬੰਦੀਆਂ ਨੇ ਜਾਂ ਅਸੀਂ ਕੋਈ ਬੇਅਦਬੀ ਤਾਂ ਨਹੀਂ ਨਾ ਕੀਤੀ, ਅਸੀਂ ਬੇਅਦਬੀ ਵਾਲਿਆਂ ਨਾਲ ਰਲੇ ਤਾਂ ਨਹੀਂ ਨਾ, ਅਸੀਂ ਤਾਂ ਬੇਅਦਬੀ ਦਾ ਇਨਸਾਫ ਕੈਪਟਨ ਤੋਂ ਵੀ ਮੰਗਿਆ, ਬਾਦਲਾਂ ਤੋਂ ਵੀ ਮੰਗਿਆ। ਅੱਜ ਬਾਦਲਾਂ ਬੇਅਦਬੀ ਤੋਂ ਘੱਟ ਫਿਰ ਰਲਣ ਤੋਂ ਘੱਟ ਹੋ ਵੀ ਕੀ ਗਿਆ, ਕਿਉਂਕਿ ਤੁਹਾਡੀ ਤੇ ਆਪਸ 'ਚ ਮੰਡ ਸਾਹਿਬ ਦੀ ਜੇ ਰਾਏ ਨਹੀਂ ਹੋ ਸਕੀ, ਤੁਸੀਂ ਦੋਵੇਂ ਇਕੱਠੇ ਸੀ, ਤੁਹਾਡੇ ਮੂੰਹ ਨੂੰ ਡਾਇਸਪੋਰਾ ਦੇ ਅੰਦਰ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਨੇ ਸਪੋਰਟ ਕੀਤੀ, ਫੰਡ ਵੀ ਭੇਜੇ, ਮਾਲੀ ਤੌਰ ਤੇ ਸਰੀਰਕ ਤੌਰ ਤੇ ਲੋਕਾਂ ਨੇ ਤੁਹਾਡੀ ਸਹਾਇਤਾ ਕੀਤੀ, ਟਰਾਲੀਆਂ ਪਰ ਲੋਕ ਉੱਥੇ ਮੋਰਚੇ 'ਚ ਹਾਜ਼ਰੀ ਲਵਾਉਣ ਜਾਂਦੇ ਸੀ। ਪਰ ਉਹ ਕਹਿੰਦੇ ਖੀਰ ਉਹਦਾ ਅੰਤ ਕੀ ਨਿਕਲਿਆ? ਅੰਤ ਬਹੁਤ ਜ਼ਿਆਦਾ ਸ਼ਰਮਨਾਕ ਨਿਕਲਿਆ। ਲੋਕ ਇਹ ਗੱਲ ਦੇਖੋ, ਇਹੀ ਗੱਲ ਜਿਹੜੀ ਹੈ ਨਾ, ਇਹੀ ਗੱਲ ਦਾ ਰੋਸ ਸਾਨੂੰ ਜਥੇਦਾਰ ਮੰਡ ਤੇ ਮੈਨੂੰ ਵੀ, ਜਥੇਬੰਦੀਆਂ ਨੂੰ ਵੀ, ਕਿਉਂਕਿ ਜਿਹੜਾ ਗੱਲ ਉੱਥੇ ਦੇ ਦੋ ਚੀਜ਼ਾਂ ਸੀ, ਸਮਝੌਤਾ ਤੇ ਪੈਸਾ। ਨਾ ਅਸੀਂ ਪੈਸੇ ਨੂੰ ਹੱਥ ਲਾਇਆ, ਨਾ ਸਮਝੌਤੇ ਦੇ ਵਿੱਚ ਆਏ। ਜਿਹੜੀ ਗੱਲਬਾਤ ਸਾਡੀ ਜਥੇਬੰਦੀਆਂ ਦੀ ਚੱਲ ਰਹੀ, ਜਿਹੜਾ ਵਫਦ ਮਿਲਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਭਵਨ 'ਚ, ਇੱਕ ਮੀਟਿੰਗ ਹੋਈ ਹੈ ਜਦੋਂ ਦੀ ਕੈਪਟਨ ਦੀ ਸਰਕਾਰ ਬਣੀ, ਸਿਰਫ ਇੱਕ ਮੀਟਿੰਗ ਸਾਡੀ, ਉਹ ਵੀ ਬਰਗਾੜੀ ਇਨਸਾਫ ਮੋਰਚੇ ਤੋਂ। ਉਹਦੇ ਵਿੱਚ ਸਾਰੀ ਗੱਲਬਾਤ ਜਿਹੜੀ ਸੀ ਹੋਈ, ਤੇ ਬਾਅਦ 'ਚ ਗੱਲਬਾਤ ਉਹਨਾਂ ਦੇ ਮੰਤਰੀਆਂ ਨਾਲ ਚੱਲ ਰਹੀ ਲਿਖਤੀ ਤੌਰ ਤੇ, ਪਰ ਜਥੇਦਾਰ ਮੰਡ ਸਾਹਿਬ ਨੇ ਕਿਸੇ ਦੀ ਸੁਣੀ ਨਹੀਂ। ਵਿਰੋਧ ਤਾਂ ਹੀ ਪੈਦਾ ਹੋਇਆ, ਕੋਈ ਜਾਤੀ ਵਿਰੋਧ ਨਹੀਂ ਜਥੇਦਾਰ ਮੰਡ ਨਾਲ ਸਾਡਾ। ਅਸੀਂ ਦਿਨ ਰਾਤ ਉਹਦਾ ਸਾਥ ਦਿੱਤਾ, ਉਹ ਦਿਨ ਰਾਤ ਉੱਥੇ ਬੈਠਾ ਸੀ ਜਥੇਦਾਰ, ਅਸੀਂ ਦਿਨ ਰਾਤ ਆਉਂਦੇ ਜਾਂਦੇ ਸੀਗੇ, ਲੱਖਾਂ ਰੁਪਈਆਂ ਦਾ ਤੇਲ ਫੂਕਿਆ, ਦਿਨ ਰਾਤ ਉੱਥੇ ਸਾਰੇ ਪ੍ਰੋਗਰਾਮ ਰੱਦ ਕਰਕੇ ਸਾਰਾ ਧਿਆਨ ਇੱਧਰੇ ਦਿੱਤਾ, ਦਿਨ ਰਾਤ ਮਿਹਨਤ ਕੀਤੀ। ਪਰ ਜੇ ਉਹਨਾਂ ਨੇ ਸਾਡੇ ਨਾਲ ਬੇਵਿਸ਼ਵਾਸੀ ਕੀਤੀ, ਸਾਡਾ ਰੋਸ਼ ਆ ਉਹਨਾਂ ਨਾਲ। ਸੰਗਤ ਵੀ ਇਹ ਗੱਲ ਕਹਿੰਦੀ ਹੈ ਕਿ ਸਾਡੇ ਪੈਸੇ ਦੀ ਦੁਰਵਰਤੋਂ ਹੋਈ ਹੈ, ਮੁੱਲ ਨਹੀਂ ਪਿਆ ਜਿਹੜੇ ਅਸੀਂ ਦਾਨ ਕੀਤਾ, ਉੱਥੇ ਭੇਜਿਆ, ਕਹਿੰਦੇ ਬੇਸ਼ੁਮਾਰ ਪੈਸਾ ਅਸੀਂ ਧਨ ਦੌਲਤ ਭੇਜੀ, ਵਿਦੇਸ਼ੀ ਵੀ ਇਹ ਗੱਲ ਕਹਿੰਦੇ ਆ। ਇਹਦੇ ਬਾਰੇ ਜਥੇਦਾਰ ਮੰਡ ਸਾਹਿਬ ਆਪ ਕਲੀਅਰ ਕਰ ਗਏ ਸੀ ਵੀ ਨਾ ਇੱਥੋਂ ਜਥੇਦਾਰ ਦਾਦੂਵਾਲ ਨੇ ਲਿਆ, ਨਾ ਜਥੇਦਾਰ ਅਜਨਾਲਾ ਨੇ, ਨਾ ਜਥੇਬੰਦੀ ਨੇ। ਮੇਰੇ ਕੋਲ ਆ, ਮੇਰੇ ਕੋਲ ਲੈ ਲਓ। ਤੇ ਅੱਜ ਵੀ ਮੈਂ ਤਾਂ ਬਾਹਰ ਵਿਦੇਸ਼ਾਂ 'ਚ ਵੀ ਗਿਆ, ਮੈਂ ਜਰਮਨ ਗਿਆ, ਇੰਗਲੈਂਡ ਗਿਆ, ਇਟਲੀ ਗਿਆ, ਤਾਂ ਮੈਂ ਵੀ ਕਿਹਾ ਵੀ ਜੇ ਕਿਸੇ ਨੇ ਮੈਨੂੰ ਦਿੱਤੇ ਆ ਤਾਂ ਮੇਰੇ ਤੋਂ ਲੈ ਕੇ ਡੈਰੀ ਆ ਜਾਓ, ਮੇਰੇ ਤੋਂ ਹਿਸਾਬ ਕਿਤਾਬ ਲੈ ਲਓ। ਨਹੀਂ ਤੇ ਜਿਨ੍ਹਾਂ ਕੋਲੇ ਪੈਸੇ ਭੇਜੇ ਆ, ਜਿਹੜੇ ਉੱਥੇ ਅਨਾਉਂਸ ਹੁੰਦੇ ਸੀ, ਜਿਨ੍ਹਾਂ ਕੋਲੇ ਹੈਗੇ ਆ, ਹੁਣ ਬਾਕੀ ਬਚੇ ਵੀ ਉਹਨਾਂ ਕਿਹਾ ਸੀਗਾ ਵੀ ਇੰਨੇ ਖਰਚ ਹੋ ਗਿਆ, ਬਚੇ ਪਏ ਆ, ਤੇ ਆ ਮੇਰੇ ਕੋਲ ਆ। ਜਥੇਦਾਰ ਮੰਡ ਸਾਹਿਬ ਨੇ ਤਾਂ 9 ਤਰੀਕ ਨੂੰ ਐਲਾਨ ਹੀ ਕੀਤਾ ਸੀਗਾ, ਤੇ ਉਹਨਾਂ ਕੋਲੇ ਹਿਸਾਬ ਕਿਤਾਬ ਉਹਨਾਂ ਕੋਲ ਜਾ ਕੇ ਪੁੱਛ ਲੈਣ। ਜੇ ਤਾਂ ਅਸੀਂ ਕੋਈ ਦੁਰਵਰਤੋਂ ਕੀਤੀ, ਅਸੀਂ ਸੰਗਤ ਦੇ ਦੇਣਦਾਰ ਹਾਂ, ਅਸੀਂ ਤਾਂ ਦਿਨ ਰਾਤ ਸੰਘਰਸ਼ ਕੀਤਾ ਵਾ, ਇਹਨੂੰ ਦਿਨ ਰਾਤ ਸਿਖਰ ਤੇ ਪਹੁੰਚਾਉਣ ਲਈ ਅਸੀਂ ਜਿਹੜਾ ਸੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ, ਸਾਰੀਆਂ ਜਥੇਬੰਦੀਆਂ। ਮੈਂ ਇੱਥੇ ਸਾਰੀਆਂ ਜਥੇਬੰਦੀਆਂ ਨੂੰ ਵੀ ਫਾਰਗ ਕਰਦਾ, ਜਿੰਨੀਆਂ ਸਪੋਰਟਰ ਜਥੇਬੰਦੀਆਂ ਸੀ, ਸਾਰਿਆਂ ਦਿਨ ਰਾਤ ਇੱਕ ਕੀਤਾ, ਆਪਣੇ ਕੋਲੋਂ ਤੇਲ ਪਾ ਕੇ ਆਉਂਦੇ ਰਹੇ, ਸਾਰੇ ਸੰਗਤਾਂ ਦੇ ਵੱਡੇ ਵੱਡੇ ਕਾਫਲੇ, ਮੈਂ ਖੁਦ ਉਹਦੇ ਵਿੱਚ। ਪਰ ਜੇ ਹੁਣ ਸਾਡਾ ਜਿਹੜਾ ਮੋਰਚਾ ਸਾਡੀ ਬਦਕਿਸਮਤੀ ਇੱਥੇ ਰਹੀ ਕਿ ਮੋਰਚਾ ਡਿਕਟੇਟਰ ਇੱਕ ਹੋਣ ਕਰਕੇ ਉਹਨੇ ਕਿਸੇ ਦੀ ਮੰਨੀ ਨਹੀਂ, ਉਹ ਸਿੱਧੀ ਗੱਲਬਾਤ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਫੈਸਲਾ ਲੈ ਲਿਆ। ਸਾਡੀ ਬਦਕਿਸਮਤੀ ਹੈ। ਸਾਡੀ ਖੂਬਸੂਰਤੀ ਹੁੰਦੀ, ਜਿਸ ਤਰ੍ਹਾਂ ਅਸੀਂ, ਮੈਂ ਪਹਿਲਾਂ ਕਿਹਾ ਸੀਗਾ ਕਿ ਅਸੀਂ ਕੋਈ ਵਫਦ ਬਣਾ ਲਈਏ ਗੱਲਬਾਤ ਵਾਲਾ, ਵੀ ਉਹਦੀ ਗੱਲਬਾਤ ਦੀ ਜਿਹੜੀ ਆ ਅਖੀਰ ਹੋਵੇ, ਪਰ ਉਹਦੇ ਤੇ ਜਥੇਦਾਰ ਮੰਡ ਸਾਹਿਬ ਰਾਜੀ ਨਹੀਂ ਹੋਏ। ਜਥੇਬੰਦੀਆਂ ਨੇ ਵੀ ਕਿਹਾ ਸੀਗਾ, ਤਾਂ ਉਹਨਾਂ ਦੀ ਇੱਕੋ ਹੀ ਸਪੀਚ ਤੁਸੀਂ ਸੁਣੀ ਹੋਣੀ ਆ ਕਿ ਮੇਰਾ ਮੋਰਚਾ ਮੈਂ ਜਿੱਤ ਕੇ ਲਾਇਆ। ਤਾਂ ਅਸੀਂ ਤਾਂ ਫਿਰ ਕਹਿ ਵੀ ਦਿੱਤਾ ਸੀਗਾ ਵੀ ਤੁਸੀਂ ਜਿੱਤ ਕੇ ਲਾਇਆ, ਅਸੀਂ ਹਾਰ ਕੇ ਉੱਠੇ ਹਾਂ। ਹੁਣ ਮੰਡ ਸਾਹਿਬ ਨੂੰ ਨਾਲ ਜੋੜੋਗੇ ਫਿਰ ਜਿਹੜਾ 72 ਘੰਟੇ? ਨਹੀਂ, ਬਿਲਕੁਲ। ਇਹਦੇ ਵਿੱਚ ਜਿਹੜਾ ਉਹਨਾਂ ਦਾ ਫੋਨ ਮੈਨੂੰ ਅਗਲੇ ਦਿਨ ਹੀ ਆਇਆ ਸੀਗਾ। ਮੈਨੂੰ ਜਿਸ ਦਿਨ ਇਹ ਆਪਣਾ ਕਈ ਚਿਰਾਂ ਬਾਅਦ ਉਹਨਾਂ ਦਾ ਫੋਨ ਆਇਆ, ਜਦੋਂ ਇਹ ਕੋਰਟ ਦਾ ਫੈਸਲਾ ਆਇਆ, ਮੈਨੂੰ ਕਹਿੰਦੇ ਕੀ ਸੁਝਾਅ ਤੁਹਾਡਾ, ਕੀ ਹੋਣਾ ਚਾਹੀਦਾ? ਮੈਂ ਕਿਹਾ ਜੀ ਹੁਣ ਦੱਸੋ ਲੋਕਾਂ ਨੂੰ, ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ, ਕਿਉਂਕਿ ਉਹਦਾ ਸਾਨੂੰ ਤਾਂ ਪਤਾ ਨਹੀਂ, ਗੱਲਬਾਤ ਤੁਹਾਡੀ ਹੋਈ ਆ, ਤੁਸੀਂ ਦੱਸ ਦਿਓ ਵੀ ਕੀ ਕਿਹਾ ਉਹਨਾਂ ਨੇ।
ਤੇ ਬਾਕੀ ਜਿਹੜਾ ਵਾਅਦਾ ਨਹੀਂ ਪੂਰਾ ਕੀਤਾ, ਹੁਣ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਰ ਮੂਰੇ ਲਾਓ ਧਰਨਾ, ਜਾ ਕੇ ਪੁੱਛੋ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਉਂ ਨਹੀਂ। ਮੈਂ ਤਾਂ ਕਹਿੰਦਾ ਉਹ ਮੰਤਰੀ ਵੀ ਲਾਉਣ, ਜਿਨ੍ਹਾਂ ਮੰਤਰੀਆਂ ਉੱਥੇ ਅਨਾਉਂਸ ਕੀਤਾ ਸੀ ਜਾ ਕੇ, ਜਿਹੜਾ ਦੁਨੀਆ ਨੇ ਸੁਣਿਆ, ਉਹ ਮੰਤਰੀ ਵੀ ਦੋਨੇ ਜਿਹੜੇ ਆ ਜਾ ਕੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣ ਵੀ ਹੁਣ ਗਾਂ 2022 ਚ ਲੋਕਾਂ 'ਚ ਜਾਣਾ ਕਿਵੇਂ, ਵੋਟਾਂ ਕਿਵੇਂ ਮੰਗਣੀਆਂ। ਤੁਹਾਨੂੰ ਆਸ ਉਮੀਦ ਲੱਗਦੀ ਹੈ ਸਰਕਾਰ ਤੋਂ ਕਿ ਜਸਟਿਸ ਮਿਲੂਗਾ? ਦੇਖੋ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਵੀ ਆਸ ਬੜੀ ਸੀ। ਜਦੋਂ ਪਹਿਲਾਂ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਹੋਇਆ, ਆਸ ਵੱਜੀ ਸੀਗੀ। ਜਿਸ ਵੇਲੇ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ, ਜ਼ਖਮੀਆਂ ਨੂੰ ਮੁਆਵਜ਼ਾ ਮਿਲਿਆ, ਜਿਸ ਵੇਲੇ ਆਪਣਾ SSP ਅੰਦਰ ਗਿਆ, IG ਅੰਦਰ ਗਿਆ, ਜਿਸ ਵੇਲੇ ਸਾਰਾ ਤੇ DGP ਦਾ ਨਾਮ ਵਿੱਚ ਨਾਮਜ਼ਦ ਹੋਇਆ, ਸੌਦਾ ਸਾਧ ਨਾਮਜ਼ਦ ਹੋਇਆ, ਜਦੋਂ ਉਹਦੇ ਜਿਹੜੇ ਖੱਬੇ ਸੱਜੇ ਉਹਦੇ ਸਿਪਾਹ ਸਲਾਰ ਸੀ ਉਹ ਨਾਮਜ਼ਦ ਹੋਇਆ, ਆਸ ਬੜੀ ਵੱਜੀ ਸੀ। ਪਰ ਜਿਸ ਤਰ੍ਹਾਂ ਸਾਰਾ ਸਿਖਰ ਤੇ ਗਈ ਹੋਈ ਕਹਾਣੀ, ਜਿਵੇਂ ਆਖਰੀ ਪੌੜੀ ਦੇ ਆਖਰੀ ਡੰਡੇ ਤੋਂ ਡਿੱਗੀ ਆ ਨਾ, ਉਹਦੇ ਨਾਲ ਸਾਡੀਆਂ ਭਾਵਨਾਵਾਂ ਨੂੰ ਬੜੀ ਵੱਡੀ ਸੱਟ ਲੱਗੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰਾ ਕੁਝ ਕਰਾ ਕੇ ਅਖੀਰ ਤੇ ਜਾ ਕੇ ਕੋਰਟ 'ਚ ਢੇਰ ਹੋ ਜਾਣਾ ਕੀਤਾ, ਬਾਦਲਾਂ ਅੱਗੇ ਗੋਡੇ ਟੇਕ ਦਿੱਤੇ ਆ। ਇਹ ਗੱਲ ਦਾ ਦੁੱਖ ਆ। ਹੁਣ ਸਾਨੂੰ ਆਸ ਇਹਨਾਂ ਤੋਂ ਲੱਗਦੀ ਨਹੀਂ ਆ। ਇੰਪੋਰਟੈਂਟ ਗੱਲ ਇਹ ਵੀ ਹੈ ਕਿ ਉਸ ਤੋਂ ਬਾਅਦ ਜਿਹੜੇ ਘਟਨਾਕ੍ਰਮ ਹੋਏ, ਜਿਹੜੇ ਇਨਕਲੂਡ ਹੈਗੇ ਸੀ, ਇਸ ਇਨਵੋਲਵ ਸੀ ਇਸ ਕੇਸ ਦੇ ਅੰਦਰ, ਪੁਲਿਸ ਨੇ ਅਰੈਸਟ ਕੀਤੇ, ਮਹਿੰਦਰਪਾਲ ਬਿੱਟੂ ਹੋ ਗਿਆ, ਉਹਦੇ ਨਾਲ ਦੇ ਹੋ ਗਏ, ਬਾਅਦ 'ਚ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਦੋਸ਼ੀ ਵੀ ਹਾਲੇ ਤੱਕ ਨਹੀਂ ਫੜੇ ਗਏ। ਦੇਖੋ ਪਹਿਲੀ ਗੱਲ ਇਹ ਆ ਕਿ ਜਿਹੜਾ ਮਹਿੰਦਰਪਾਲ ਬਿੱਟੂ ਆ, ਇਹ ਮੇਨ ਸਰਗਣਾ ਸੀ ਇਹਦੇ ਵਿੱਚ। ਜਿਹੜੀ ਦੂਸਰੀ ਸਿੱਟ ਸੀ ਬਰਗਾੜੀ ਤੋਂ ਮਹਾਰਾਜ ਦੇ ਸਰੂਪ ਬੁਰਜ ਸਵਾਰ ਸਿੰਘ ਵਾਲਾ ਤੋਂ ਚੋਰੀ ਹੋਣ ਦੇ ਤੇ ਧਮਕੀ ਭਰੇ ਇਸ਼ਤਿਹਾਰ ਲਾਉਣ ਦੇ ਪੋਸਟਰ ਤੇ ਬਾਅਦ ਵਿੱਚ ਗੁਰੂ ਸਾਹਿਬ ਦੇ ਅੰਗ ਖਿਲਾਉਣ ਦੇ, 3 ਕੇਸ ਵੱਖਰੇ ਆ। ਇਹਨਾਂ ਦੀ ਸਿੱਟ ਰਣਵੀਰ ਸਿੰਘ ਖਟੜਾ ਵਾਲੀ ਕੰਮ ਕਰਦੀ ਰਹੀ। ਡਾਇਰੈਕਟ ਜਾਂ ਇਨਡਾਇਰੈਕਟ ਦਾ ਕਨੈਕਸ਼ਨ ਜੁੜਦਾ ਸੀ। ਬਰਗਾੜੀ ਆਪਣਾ ਜਿਹੜਾ ਬਾਈਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड ਦੀ ਸਿੱਟ IG ਕੁੰਵਰ ਵਿਜੇ ਪ੍ਰਤਾਪ ਵਾਲੀ ਕੰਮ ਕਰਦੀ। ਇਹਦੇ 'ਚ ਖਟੜਾ ਨੇ ਸੌਦਾ ਸਾਧ ਨੂੰ ਨਾਮਜ਼ਦ ਕਰਤਾ, ਚਲਾਨ ਪੇਸ਼ ਕੀਤਾ। ਹੁਣ ਦੂਜੇ ਦੋਸ਼ੀ ਤਾਂ ਕਹਿ ਸਕਦੇ ਵੀ ਕਿਤੇ ਬਾਹਰ ਆ, ਸਾਡੇ ਕਾਬੂ ਨਹੀਂ ਆ ਰਹੇ, ਚਾਹੇ ਉਹ ਹਰਸ਼ ਧੂਰੀ ਆ, ਪ੍ਰਦੀਪ ਕਲੇਰ ਆ, ਸੰਦੀਪ ਬਰੇਟਾ ਵਾ, ਜਿਹੜੇ ਮੁੱਖ ਜਿਨ੍ਹਾਂ ਦੇ ਪ੍ਰੋਡਕਸ਼ਨ ਆਪਣਾ ਗ੍ਰਿਫਤਾਰੀ ਵਾਰੰਟ ਵੀ ਲਏ ਸੀਗੇ ਉਸ ਵੇਲੇ ਖਟੜਾ ਨੇ। ਪਰ ਜਿਹੜਾ ਸੌਦਾ ਸਾਧ ਗੁਰਮੀਤ ਰਾਮ ਰਹੀਮ, ਜਿਹਨੂੰ ਇਸ ਬੇਅਦਬੀ ਦਾ ਮੁੱਖ ਦੋਸ਼ੀ ਸੂਤਰਧਾਰ ਦੱਸਿਆ, ਪੰਜਾਬ ਸਰਕਾਰ ਕੈਪਟਨ ਸਰਕਾਰ ਦੀ ਬਣਾਈ ਸਿੱਟ ਨੇ, ਜਿਹਨੂੰ ਪਹਿਲਾਂ ਬਾਦਲਾਂ ਨੇ ਬਣਾਏ, ਮੁੜ ਕੇ ਇਹਨਾਂ ਨੇ ਵੀ ਉਹਨੂੰ ਫਰੀ ਹੈਂਡ ਕੀਤਾ, ਉਹਨੂੰ ਹੀ ਪਾਵਰ ਦਿੱਤੀ ਸੀਗੀ। ਉਹਨੇ ਸਿੱਧੇ ਤੌਰ ਤੇ ਗੁਰਮੀਤ ਰਾਮ ਰਹੀਮ ਨੂੰ ਸੌਦਾ ਸਾਧ ਨੂੰ ਨਾਮਜ਼ਦ ਕੀਤਾ। ਉਹ ਤਾਂ ਕਿਤੇ ਭੱਜਿਆ ਨਹੀਂ ਆ, ਉਹ ਤਾਂ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੈਠਾ। ਉਹਦੇ ਪ੍ਰੋਡਕਸ਼ਨ ਵਾਰੰਟ ਕਰੋੜ ਤੋਂ ਲੈ ਕੇ ਕਿਉਂ ਨਹੀਂ ਉਹਨੂੰ ਲੈ ਕੇ ਆਉਂਦੇ ਪੰਜਾਬ ਦੇ ਅੰਦਰ? ਪੰਜਾਬ 'ਚ ਲੈ ਕੇ ਆਉਣ, ਇੱਥੇ ਲਿਆ ਕੇ ਉਹਦੀ ਪੁੱਛਗਿੱਛ ਕਰਨ ਵੀ ਦੱਸ ਕਿਉਂ ਬੇਅਦਬੀ ਕਰਵਾਈ ਆ, ਕਿਉਂ ਸਿੱਖ ਪ੍ਰਚਾਰਕਾਂ ਨੂੰ ਮਾਰਨ ਦੀਆਂ ਤੇ ਸਾਜ਼ਿਸ਼ਾਂ ਬਣਾਈਆਂ। ਜਿਹੜੀ ਖਟੜਾ ਨੇ ਚਲਾਨ ਪੇਸ਼ ਕੀਤਾ ਉਹਦੇ 'ਚ ਮੈਨੂੰ ਮਾਰਨ ਦੀ ਸਾਜ਼ਿਸ਼ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਮੈਨੂੰ ਮਾਰਨ ਦੀ ਸਾਜ਼ਿਸ਼ ਬਣਾਈ ਸੀ, ਸੁਪਾਰੀ ਦਿੱਤੀ ਸੌਦਾ ਸਾਧ ਨੇ ਮੈਨੂੰ ਮਾਰਨ ਦੀ। ਤਾਂ ਉਹ ਉਹਨੂੰ ਪੁੱਛਗਿੱਛ ਕਿਉਂ ਨਹੀਂ ਕਰਦੇ ਵੀ ਉਹਨੇ ਕਿਉਂ ਬੇਅਦਬੀ ਕਰਾਈ, ਕਿਹੜੇ ਲੋਕ ਸੀਗੇ, ਸਾਰਾ ਕੁਝ ਸਾਹਮਣੇ ਬੈਠਾ। ਹੁਣ ਕੈਪਟਨ ਸਰਕਾਰ ਜਦੋਂ ਲੱਤਾਂ ਤੇ ਭਾਰ ਹੀ ਨਹੀਂ ਪਾਉਂਦਾ, ਪੈਰਾਂ ਤੇ ਭਾਰ ਹੀ ਨਹੀਂ ਪਾਉਂਦੀ ਕੈਪਟਨ ਸਰਕਾਰ, ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਫਿਰ ਵੋਟਾਂ ਦੀ ਫਿਰ ਵੋਟਾਂ ਦੀ ਝਾਕ ਰੱਖ ਰਹੇ। ਉਹਦੇ ਵਿੱਚ ਹੈਗੀ ਆ ਦੂਸਰੀ ਸਿੱਟ, ਉਹ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਨਹੀਂ, ਦੂਸਰੀ ਸਿੱਟ ਜਿਹੜੀ ਆ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਕਾਂਡ ਵਾਲੀ, ਇਹ ਜਿਹੜੀ ਵੱਖਰੀ ਸਿੱਟ ਸੀ, ਦੂਸਰੀ ਸਿੱਟ DIG ਖਟੜਾ। ਪਰ ਫਿਰ ਆਪਾਂ ਇਹ ਵੀ ਨਹੀਂ ਨਾ ਕਹਿ ਸਕਦੇ ਕਿ ਕੁੰਵਰ ਵਾਲੀ ਸਿੱਟ ਖਾਰਜ ਹੋਣ ਕਰਕੇ ਬੇਅਦਬੀ ਦੇ ਦੋਸ਼ੀਆਂ ਨੂੰ ਇਨਸਾਫ ਨਹੀਂ ਮਿਲੂਗਾ। ਉਹ ਤਾਂ ਪਾਰਟਿਕੂਲਰ ਸਿੱਟ ਸੀ, ਕੋਟਕਪੂਰਾ ਘਟਨਾ ਵੱਖਰੀ ਸਿੱਟ ਸੀਗੀ। ਪਰ ਇਸ ਤਰ੍ਹਾਂ ਪਰ ਕਿਹਾ ਜਾ ਰਿਹਾ ਨਾ ਕਿ ਜੇ ਕੁੰਵਰ ਵਾਲਾ ਕੇਸ ਖਤਮ ਹੋ ਗਿਆ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਇਨਸਾਫ ਨਹੀਂ। ਉਹਦੇ 'ਚ ਜਿਹੜੇ ਬਾਈਬਲ ਦੇ ਦੋਸ਼ੀ ਆ ਨਾ, ਜਿਹੜੇ ਸਿੰਘਾਂ ਨੂੰ ਸ਼ਹੀਦ ਕਰਨ ਦੇ ਦੋਸ਼ੀ ਆ, ਉਹਨਾਂ ਦੀ ਇਨਸਾਫ ਵਾਲਾ ਜਿਹੜਾ ਚੈਪਟਰ ਇਹਨਾਂ ਨੇ ਖਤਮ ਕੀਤਾ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਨੂੰ ਰੱਦ ਕਰਨ ਦੇ ਨਾਲ। ਜਿਹੜਾ ਦੂਸਰਾ ਵਾ ਉਹਨੂੰ ਇਹਨਾਂ ਨੇ ਵੈਸੇ ਹੀ ਨਹੀਂ ਹੱਥ ਲਾ ਰਹੇ। ਉਹ IG ਪਰਮਾਰ ਉਹਦੇ ਲਾਏ ਨੇ, ਉਹਨਾਂ ਨੇ ਅਜੇ ਤੱਕ ਕੀ ਕੰਮ ਕੀਤਾ ਸਾਡੇ ਤਾਂ ਕੋਈ ਨਜ਼ਰ 'ਚ ਨਹੀਂ ਆਇਆ। ਮੌਕਾ ਨਾ ਕਹਿਣ ਦਾ ਭਾਵ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਕੁੰਵਰ ਵਾਲਾ ਮਸਲਾ ਸੌਟ ਆਊਟ ਨਹੀਂ ਹੋਇਆ ਜਾਂ ਕੁੰਵਰ ਵਿਜੇ ਪ੍ਰਤਾਪ ਪਾਸੇ ਹੋ ਗਏ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕਰਨ ਦਾ ਮੌਕਾ ਖੁੰਝ ਗਿਆ। ਨਹੀਂ, ਹੁਣ ਕਰਨਗੇ ਕੀ ਦੱਸੋ? 4 ਸਾਲ ਤਾਂ ਕੱਢ ਦਿੱਤੇ ਉਹਨਾਂ ਨੇ ਗੱਲਾਂ ਬਾਤਾਂ ਦੇ ਵਿੱਚ। ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੀ ਵੀ ਅੱਧੀ ਕੁ ਸਰਕਾਰ ਇਦਾਂ ਲੰਘ ਗਈ ਆ, ਬਾਕੀ ਕਰੋਨਾ ਕਾਲ 'ਚ ਲੰਘ ਜਾਣੀ ਆ ਤੇ ਕਿਸਾਨ ਅੰਦੋਲਨ 'ਚ ਲੰਘ ਜਾਣੀ ਆ। ਕਿਸਾਨ ਸਾਰੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਤੇ ਆਪਾਂ ਮੌਜ ਮਸਤੀ ਕਰੀਏ, ਸਾਨੂੰ ਲੋੜ ਹੀ ਨਹੀਂ ਕਿਸੇ ਨੂੰ ਇਨਸਾਫ ਦੇਣ ਦੀ। ਪਰ ਕੈਪਟਨ ਅਮਰਿੰਦਰ ਸਿੰਘ ਦਾ ਭੁਲੇਖਾ ਨਿਕਲ ਜਾਊਗਾ। ਇਨਸਾਫ ਤਾਂ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਦੇਣਾ ਵਾ, ਭਾਵੇਂ ਕਿ ਸਾਡਾ ਸੰਘਰਸ਼ ਅਸੀਂ ਤੇਜ਼ ਕਰ ਰਹੇ ਹਾਂ ਇਸ ਚੀਜ਼ 'ਤੇ, ਪਰ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਇਨਸਾਫ ਦੇਣਾ। ਤੇ ਇਸ ਕਰਕੇ 2022 'ਚ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗ ਜੂਗਾ ਵੀ ਜਿੱਥੇ ਗਈਆਂ ਬੇੜੀਆਂ ਉੱਥੇ ਗਏ ਮਲਾਹ। ਜਿਹੜਾ ਹਸ਼ਰ ਬਾਦਲਾਂ ਦਾ ਹੋਇਆ, ਜਿਹੜੇ 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸੀ, ਵਿਰੋਧੀ ਧਿਰ ਜੋਗੇ ਬਣਾ ਰਹੇ, ਉਹੀ ਕੈਪਟਨ ਅਮਰਿੰਦਰ ਸਿੰਘ ਦਾ ਹਸਰ ਹੋਊਗਾ। ਪੰਥ ਤੇ ਪੰਜਾਬ ਦੇ ਲੋਕ ਮੁਆਫ ਨਹੀਂ ਕਰਨਗੇ ਕਿਸੇ ਨੂੰ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਰਾਜਨੀਤੀ ਕਰਦਾ। ਅੱਛਾ, ਅਕਾਲੀ ਤੁਹਾਨੂੰ ਬਹੁਤ ਪ੍ਰੇਮ ਕਰਦੇ ਆ, ਖਾਸ ਤੌਰ ਤੇ ਵਿਰਸਾ ਸਿੰਘ ਵਲਟੋਆ ਹੋ ਗਏ ਜਾਂ ਬਾਕੀ ਸਿਆਸਤਦਾਨ ਹੋ ਗਏ,
ਉਹ ਤੁਹਾਡੇ ਤੇ ਲਗਾਤਾਰ ਟਿੱਪਣੀਆਂ ਕਰਦੇ ਨੇ, ਕਹਿੰਦੇ ਨੇ ਤੁਹਾਨੂੰ ਕਾਂਗਰਸਮੈਨ ਦਾ ਕਦੀ ਖਿਤਾਬ ਦਿੱਤਾ ਜਾਂਦਾ, ਕਦੀ ਤੁਹਾਨੂੰ ਕਿਹਾ ਜਾਂਦਾ ਹੈ ਕਿ ਦਾਦੂਵਾਲ RSS ਦਾ ਬੰਦਾ ਹੈ। ਸਿੱਖ ਨੁਮਾਇੰਦਿਆਂ ਤੇ ਇਹ ਸਵਾਲ ਅੱਜ ਕੱਲ੍ਹ ਬਹੁਤ ਵੱਡੇ ਪੱਧਰ ਤੇ ਖੜਾ ਹੋਣ ਲੱਗ ਪਿਆ ਕਿ ਫਲਾਣਾ RSS ਦਾ ਬੰਦਾ ਹੈ। ਤੁਹਾਡੇ ਤੇ ਕਾਂਗਰਸਮੈਨ ਦਾ ਇਲਜ਼ਾਮ ਉਹ ਲਾਉਂਦੇ, ਪਹਿਲਾਂ ਤਾਂ ਉਹ ਹਵਾਲਾ ਦਿੰਦੇ ਸੀ ਕਿ ਗੱਡੀ 'ਚ ਬੈਠ ਕੇ ਕੈਪਟਨ ਸਾਹਿਬ ਨਾਲ ਮੁਲਾਕਾਤ ਹੋਈ ਆ, ਤੁਸੀਂ ਉਹ 'ਤੇ ਜਵਾਬ ਵੀ ਦਿੱਤਾ। ਪਰ ਹੁਣ ਗੱਲ ਇਹ ਉੱਠਦੀ ਹੈ, ਕਹਿੰਦੇ ਕਿ ਜਦੋਂ ਤੁਸੀਂ ਹਰਿਆਣੇ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦੇ ਹੋ ਤਾਂ ਉਹਦੇ 'ਚ ਜਿਹੜੇ ਹੁੱਡਾ ਸਾਹਿਬ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ, ਉਹ ਤੁਹਾਡੀ ਸਿੱਧੇ ਤੌਰ ਤੇ ਸਪੋਰਟ ਕਰਦੇ ਨੇ। ਇਸ ਗੱਲ ਨੂੰ ਕਿਵੇਂ ਵੇਖਦੇ ਹੋ? ਦੇਖੋ ਹੁਣ ਇੱਕ ਗੱਲ ਤਾਂ ਇਹ ਮੰਨਣੀ ਪਊਗੀ ਨਾ, ਇਹਨਾਂ ਦਾ ਕੋਈ ਸਟੈਂਡ ਨਹੀਂ ਆ। ਇਹਦਾ ਬਦਨਾਮ ਕਰਨ ਵਾਸਤੇ ਇਹਨਾਂ ਦੇ IT ਸੈੱਲ ਜਿਹੜੇ ਆ ਨਾ, ਉਹ ਬੜੇ ਇਹਨਾਂ ਨੇ ਕਰੋੜਾਂ ਰੁਪਈਆ ਖਰਚਿਆ। ਜਦੋਂ ਅਸੀਂ ਕਾਂਗਰਸ ਦੇ ਖਿਲਾਫ ਬੋਲਦੇ ਆ, ਉਹਨਾਂ ਦੀਆਂ ਗਲਤੀਆਂ ਦੇ ਖਿਲਾਫ, ਪੰਥ ਦੇ ਮੁੱਦਿਆਂ ਤੇ, ਤਾਂ ਉਹ ਸਾਨੂੰ ਕਹਿੰਦੇ ਬਾਦਲਾਂ ਦੀ B ਟੀਮ ਆ। ਜਦੋਂ ਅਸੀਂ ਬਾਦਲਾਂ ਤੇ ਬੋਲਦੇ ਆ, ਉਹ ਕਹਿ ਦਿੰਦੇ ਨੇ ਕਾਂਗਰਸ ਦੀ B ਟੀਮ। ਇਹਨਾਂ ਨੂੰ ਆਪਣੇ ਬਚਾਅ 'ਚ ਪੰਥਕ ਬੰਦਿਆਂ ਨੂੰ ਬਦਨਾਮ ਕਰਨ ਦਾ ਸਰਟੀਫਿਕੇਟ ਹੀ ਇਹੀ ਹੈ ਇਹਨਾਂ ਕੋਲੇ। ਜੇ ਮੈਨੂੰ ਹੁੱਡਾ ਸਾਹਿਬ ਨੇ ਉੱਥੇ ਮੈਂਬਰ ਬਣਾਇਆ ਉਸ ਵੇਲੇ 2014 ਦੇ ਅੰਦਰ, ਤਾਂ ਫਿਰ ਜਿਹੜੇ ਇਹਨਾਂ ਦੇ ਐਗਜ਼ੈਕਟਿਵ ਮੈਂਬਰ ਆ ਸ਼੍ਰੋਮਣੀ ਕਮੇਟੀ ਦੇ, ਨਾਲ ਹੀ ਗੁਰਮੀਤ ਸਿੰਘ ਤਲੋਕੇ ਵਾਲਾ, ਉਹਨੂੰ ਵੀ ਤਾਂ ਮੈਂਬਰ ਬਣਾਇਆ ਸੀ ਨਾ। ਉਹ ਇਹਨਾਂ ਦਾ ਐਗਜ਼ੈਕਟਿਵ ਮੈਂਬਰ ਹੈ SGPC ਦਾ। ਤਾਂ ਇਸ ਕਾਰਨ ਕਰਕੇ ਇਹ ਤਾਂ ਸਿਰਫ ਇਹਨਾਂ ਦੀਆਂ ਗੱਲਾਂ ਨੇ, ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਵੀ ਗੱਡੀ 'ਚ ਜਾ ਕੇ ਜੀ ਉਹਨਾਂ ਨੂੰ ਮਿਲ ਕੇ ਆਏ ਕੈਪਟਨ ਅਮਰਿੰਦਰ ਸਿੰਘ ਨੂੰ। ਉਹ ਵਿਧਾਨ ਸਭਾ ਦੇ ਵਿੱਚ ਰੰਧਾਵਾ ਸਾਹਿਬ ਦੀ ਅਗਵਾਈ 'ਚ 3 ਮੈਂਬਰੀ ਕਮੇਟੀ ਬਣਾਤੀ ਸੀ। ਉਹਨੇ ਜਾਂਚ ਕਰਕੇ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ। ਪ੍ਰਿਵਿਲੇਜ ਕਮੇਟੀ ਕੋਲੇ ਕੇਸ ਗਿਆ ਕਿ ਸੁਖਬੀਰ ਬਾਦਲ ਨੇ ਪਵਿੱਤਰ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ, ਝੂਠ ਬੋਲਿਆ। ਉੱਥੇ ਝੂਠ ਬੋਲਣ ਦੇ ਮਾਹਰ ਆ। ਇਹਨਾਂ ਦੀ ਇੱਕੋ ਗੱਲ ਹੁੰਦੀ ਆ ਵੀ ਜਾਂ ਤਾਂ ਸਾਡੇ ਨਾਲ ਆ ਜਾਓ, ਜੇ ਸਾਡੇ ਨਾਲ ਨਹੀਂ ਆਉਣਾ ਤਾਂ ਅਸੀਂ ਤੁਹਾਨੂੰ B ਟੀਮ ਕਹਿ ਕੇ ਕਾਂਗਰਸ ਦੀ ਬਦਨਾਮ ਕਰਾਂਗੇ। ਤੁਸੀਂ ਦੇਖੋ ਜੋਗਿੰਦਰਪਾਲ ਜੈਨ, ਉਹ ਕਾਂਗਰਸ 'ਚ ਸੀਗਾ। ਮੇਰੇ ਉੱਥੇ ਸਮਾਗਮ ਸੀਗੇ ਖਖਰਾਣਾ ਮਹੇਸ਼ਰੀ, ਮੈਂ ਕੀਰਤਨ ਦੀਵਾਨ 'ਤੇ ਗਿਆ, ਅਤੇ ਉਹਦੀ ਬਾਈ ਇਲੈਕਸ਼ਨ ਹੋ ਰਹੀ ਸੀ, ਅਤੇ ਉੱਥੇ ਸੁਖਬੀਰ ਜਾ ਕੇ ਉਹਦਾ ਜਿਹੜਾ ਸੀਗਾ ਪ੍ਰਚਾਰ ਕਰ ਰਿਹਾ। ਮੈਂ ਬੜਾ ਹੈਰਾਨ ਹੋਇਆ। ਮੈਂ ਸਟੇਜ 'ਤੇ ਬੋਲਿਆ, ਅੱਜ ਵੀ ਉਹ ਮਿਲ ਸਕਦਾ। ਮੈਂ ਕਿਹਾ ਪਤਾ ਨਹੀਂ ਜੋਗਿੰਦਰਪਾਲ ਜੈਨ ਨੂੰ ਕਿਹੜੇ ਸਾਬਣ ਜਾਂ ਸ਼ੈਂਪੂ ਨਾਲ ਇਹਨਾਂ ਨੇ ਅਕਾਲੀਆਂ ਨੇ ਨਵਾਇਆ ਰਾਤੋਂ ਰਾਤ, ਅਤੇ ਸਵੇਰੇ ਉਹਦੇ ਲਈ ਵੋਟਾਂ ਮੰਗ ਰਹੇ ਵੀ ਜਥੇਦਾਰ ਜੋਗਿੰਦਰਪਾਲ ਜੈਨ ਨੂੰ ਵੋਟਾਂ ਪਾਓ। ਵੀ ਜਿਹੜਾ ਇਹਨਾਂ ਨਾਲ ਕੋਈ ਵੀ ਕਰਪਟ ਆਦਮੀ ਦੂਸਰੇ ਨੂੰ ਕਹਿਣਗੇ ਇਹ ਕਰਪਟ ਆ, ਦੂਸਰੀ ਪਾਰਟੀ 'ਚ ਜਦੋਂ ਇਹਨਾਂ ਨਾਲ ਆ ਜਾਏ, ਉਹ ਪਤਾ ਨਹੀਂ ਕਿਹੜੇ ਸਾਬਣ ਨਾਲ ਧਵਾਉਂਦੇ ਆ। ਅਕਾਲੀ ਦਲ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਅਕਾਲੀ ਦਲ ਤਾਂ ਅਕਾਲੀ ਦਲ ਰਿਹਾ ਨਹੀਂ ਆ, ਇਹ ਤਾਂ ਬਾਦਲ ਦਲ ਬਣ ਗਿਆ। ਜਿਹੜੇ ਸ਼੍ਰੋਮਣੀ ਅਕਾਲੀ ਦਲ ਆ, ਉਹ ਸ਼ਹੀਦਾਂ ਦੀ ਜਥੇਬੰਦੀ ਆ, ਸ਼੍ਰੋਮਣੀ ਕਮੇਟੀ ਆ, ਸਾਡੇ ਤਖਤ ਆ, ਸ਼੍ਰੋਮਣੀ ਸੰਸਥਾਵਾਂ ਪੂਜਣਯੋਗ ਆ। ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ 'ਚ ਲਿਆਂਦੀਆਂ। ਪਰ ਸੁਖਬੀਰ ਬਾਦਲ ਨੂੰ ਹੁਣ ਤੁਸੀਂ ਅਕਾਲੀ ਥੋੜ੍ਹੀ ਕਹਿ ਸਕਦੇ ਆ। ਦੱਸੋ ਕਿਹੜਾ ਅਕਾਲੀ ਕਲਚਰ ਆ ਸੁਖਬੀਰ ਬਾਦਲ ਕੋਲੇ? ਉਹਦੇ ਤਾਂ ਜਿਹੜੇ ਚਿੰਤਨ ਆ ਹਾਰਨ ਦੇ, ਉਹ ਵੀ ਜਾ ਕੇ ਸਿਮਲਾ 'ਚ ਹੁੰਦੇ ਅਤੇ ਗੋਆ ਦੀਆਂ ਬੀਚਾਂ 'ਤੇ ਹੁੰਦੇ। ਇਹ ਅਕਾਲੀ ਦਲ ਦਾ ਕਲਚਰ ਥੋੜ੍ਹੀ ਆ। ਅਕਾਲੀ ਦਲ ਦੇ ਪ੍ਰਧਾਨ ਕਦੇ ਮਾਸਟਰ ਤਾਰਾ ਸਿੰਘ, ਕਦੇ ਜਥੇਦਾਰ ਜਗਦੇਵ ਸਿੰਘ ਤਲਵੰਡੀ, 3.5 ਫੁੱਟੀ ਤਲਵਾਰ। ਇਹਨਾਂ ਦੇ ਗਾਤਰੇ ਕਿਰਪਾਨ ਨਹੀਂ। ਇੱਕ ਵਾਰੀ ਇਹਨਾਂ ਨੇ ਡਰਾਮਾ ਕੀਤਾ ਸੀਗਾ, ਗੱਡੀ 'ਚ ਬੈਠਣ ਲੱਗਿਆਂ ਕਿਰਪਾਨ ਸਿੱਟ ਕੇ ਵੀ ਮੀਡੀਆ ਫੋਟੋ ਖਿੱਚ ਲਏ ਵੀ ਲੋਕਾਂ ਨੂੰ ਪਤਾ ਲੱਗ ਜੇ ਸੁਖਬੀਰ ਬਾਦਲ ਨੇ ਜਿਹੜੀ ਹੈਗੀ ਆ ਕਿਰਪਾਨ ਪਾਈ। ਜਦੋਂ ਇੱਥੇ ਚੰਡੀਗੜ੍ਹ ਜਾ ਰਹੇ CM ਦਾ ਘਰਾਓ ਕਰ ਪਾਣੀ ਦੀਆਂ ਵਿਛਾੜਾਂ ਪਈਆਂ, ਤੁਹਾਨੂੰ ਕਿਰਪਾਨ ਲੱਭੀ ਕਦੇ ਸੁਖਬੀਰ ਬਾਦਲ ਦੇ? ਜਿੱਦਣ ਉਹ ਹੋਲੀ ਖੇਡ ਰਹੇ, ਸਿਰ ਮੂੰਹ ਜਿਹੜਾ ਸੀ ਰੰਗ ਨਾਲ ਸਾਰਾ ਭਰਿਆ ਸੀਗਾ, ਉਦੋਂ ਸੁਖਬੀਰ ਬਾਦਲ ਦੇ ਕਦੇ ਕੁਰਬਾਨ ਦੇਖੀ ਤੁਸੀਂ? ਇਹ ਅਕਾਲੀ ਦਲ ਕਿੱਥੇ? ਤਾਂ ਬਾਦਲ ਦਲ ਆ, ਪਰਿਵਾਰ ਦੀ ਪਾਰਟੀ। ਹੁਣ ਤਾਂ ਸੁਖਬੀਰ ਬਾਦਲ ਤੇ ਹੋਰ ਵੀ ਹੁਣ ਅੱਗੇ ਗੱਲ ਲੰਘ ਗਈ ਆ। ਕੱਲ੍ਹ ਹੀ ਮੈਂ ਪੜ੍ਹ ਰਿਹਾ ਸੀਗਾ ਸੋਸ਼ਲ ਮੀਡੀਆ 'ਤੇ ਇੱਕ ਚੁਟਕਲਾ ਜਿਹਾ, ਕਹਿੰਦੇ ਜੀ ਇੰਨੀ ਜਲਦੀ ਤਾਂ ਬੱਚਾ ਵੀ ਬਿਸਕੁਟਾਂ ਦਾ ਪੈਕਟ ਖਤਮ ਨਹੀਂ ਕਰਦਾ ਜਿੰਨੀ ਛੇਤੀ ਸੁਖਬੀਰ ਬਾਦਲ ਨੇ ਆਪਣੇ। ਅਸੀਂ ਬਾਦਲ ਦੀ B ਟੀਮ ਕਹਿੰਦੇ ਆ ਜਾਂ ਬਾਦਲ ਕਾਂਗਰਸ ਦੀ B ਟੀਮ ਕਹਿੰਦੇ ਆ। ਅਸੀਂ ਆ ਪੰਥ ਦੇ ਸੇਵਾਦਾਰ। ਹੁਣ ਉੱਥੇ BJP ਦੀ ਸਰਕਾਰ, ਹੁਣ ਕਹਿ ਦੇਣਗੇ BJP ਨੇ ਬਣਾਏ ਆ। ਇਹ ਤਾਂ ਤੁਸੀਂ BJP ਦੇ ਪੰਜਾਬ ਪ੍ਰਤੀ ਬਿਹੇਵੀਅਰ ਨੂੰ ਕਿਵੇਂ ਵੇਖਦੇ ਹੋ? ਦੇਖੋ ਜਿਹੜਾ ਹੈਗਾ ਜਿਹੜੇ ਹਾਲਾਤ ਆ, ਉਸ ਵੇਲੇ ਤਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ BJP ਦਾ ਜਿਹੜਾ ਅਲਾਇੰਸ ਸੀ ਇਹਨਾਂ ਨਾਲ, ਪਰ ਉਹਨਾਂ ਦੀ ਪਾਵਰ ਨਹੀਂ ਸੀ ਇੱਥੇ, ਕਿਉਂਕਿ ਉਹ ਗਿਣਤੀ 'ਚ ਥੋੜ੍ਹੇ ਸੀਗੇ। ਬਾਦਲ ਆਪਣੀ ਜਿਹੜੀ ਸੀ ਮਰਜ਼ੀ ਕਰਦੇ ਸੀ। ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ 3 ਕਾਨੂੰਨ ਬਣਾਏ ਆ। ਮੈਂ ਤਾਂ ਉਸ ਦਿਨ ਦਾ ਕਹਿ ਰਿਹਾ, ਮੈਂ ਤਾਂ ਉੱਥੇ ਵੀ ਜਾ ਕੇ ਆਇਆ ਵੀ ਇਹ ਕਿਸਾਨਾਂ ਦੇ ਹੱਕ 'ਚ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਵਾ। ਜੇ ਕਿਸਾਨ ਕਹਿੰਦੇ ਆ ਕਿ ਸਾਡੇ ਖਿਲਾਫ ਨੇ ਬਿੱਲ, ਤਾਂ ਤੁਹਾਨੂੰ ਇਹ ਜਿਹੜੇ ਰੱਦ ਕਰ ਦੇਣੇ ਚਾਹੀਦੇ। ਜਦੋਂ ਜਿਹਦੇ ਵਾਸਤੇ ਬਣਾਏ ਉਹੀ ਕਹਿੰਦੇ ਸਾਡੇ ਖਿਲਾਫ ਆ, ਤਾਂ ਉਹਦੇ ਬਾਰੇ ਕੇਂਦਰ ਸਰਕਾਰ ਨੂੰ ਜਿਹੜਾ ਉਹ ਸੋਚਣਾ ਚਾਹੀਦਾ। BJP ਦੀ ਕੇਂਦਰ 'ਚ ਸਰਕਾਰ, ਉਹਨਾਂ ਨੂੰ ਤਾਂ 7 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਏਡਾ ਵੱਡਾ ਪੈਕੇਜ ਨਹੀਂ ਦਿੱਤਾ। ਉਹਨਾਂ ਨੂੰ ਪੰਜਾਬ ਨੂੰ ਪੈਕੇਜ ਦੇਣਾ ਚਾਹੀਦਾ ਵੱਡਾ। 7 ਸਾਲ 7 ਸ਼ਾਇਦ ਬਜਟ ਪੇਸ਼ ਕਰਦੇ ਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨੇ, ਤਾਂ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਹੁੰਦਿਆਂ ਪੰਜਾਬ ਲਈ ਬਜਟ ਜਿਹੜੇ ਆ, ਬਜਟ ਦੇ ਵਿੱਚ ਆਇਆ ਕੀ ਆ ਦੱਸੋ ਮੈਨੂੰ? ਸੋ ਉਹ ਦੇਣਾ ਚਾਹੀਦਾ। ਹੁਣ ਜਿਹੜੇ ਰਹਿੰਦੇ 3 ਸਾਲ ਉਹਦੇ ਵਿੱਚ ਆ ਕਿਸਾਨਾਂ ਦੇ ਜਿਹੜੇ ਹੱਕਾਂ, ਜਿਹਦੇ ਵਾਸਤੇ ਦਿਨ ਰਾਤ ਕਿਸਾਨ ਜਾ ਕੇ ਸਰਹੱਦਾਂ 'ਤੇ ਜਿਹੜਾ ਮਰ ਰਹੇ ਆ, ਆਪਣਾ ਦਿੱਲੀ ਦੇ ਬਾਰਡਰਾਂ 'ਤੇ ਅੱਤ ਦੀ ਸਰਦੀ ਝੱਲੀ, ਅੱਤ ਦੀ ਗਰਮੀ ਝੱਲ ਰਹੇ ਆ, ਤਾਂ ਉਹਦੇ 'ਤੇ ਫੈਸਲਾ ਲੈਣਾ ਚਾਹੀਦਾ। ਹੁਣ ਕੇਂਦਰ ਸਰਕਾਰ, ਜਿਹੜੀ ਸਰਕਾਰਾਂ ਤਾਂ ਲੋਕ ਬਣਾਉਂਦੇ ਨੇ ਆਪਣੇ ਭਲੇ ਵਾਸਤੇ ਹੀ ਬਣਾਉਂਦੇ ਨੇ, ਚੁਣਦੇ ਆ, ਚਾਹੇ ਉਹ ਸਟੇਟ ਸਰਕਾਰ ਆ, ਕੇਂਦਰ ਦੀ ਸਰਕਾਰ ਆ। ਤਾਂ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਾਸਤੇ ਜਿਹੜਾ BJP ਸਰਕਾਰ ਨੂੰ ਵੱਡਾ ਬਜਟ ਦੇਣਾ ਚਾਹੀਦਾ। ਕੇਂਦਰ ਸਰਕਾਰ ਆਪਰੇਸ਼ਨ ਕਲੀਨ ਚਲਾਉਂਦੀ ਹੈ, ਕਿਉਂਕਿ ਕਿਹਾ ਜਾ ਰਿਹਾ ਹਰਿਆਣੇ ਦੀ ਸਰਕਾਰ ਨੂੰ ਜ਼ਿੰਮੇਵਾਰੀ ਸੌਂਪੀ ਆ, ਤਾਂ ਤੁਸੀਂ ਕਿਸਾਨਾਂ ਦੀ
ਹਮਾਇਤ 'ਚ ਜਾਓਗੇ? ਦੇਖੋ ਮੈਂ ਤਾਂ ਹਮੇਸ਼ਾ ਕਿਸਾਨਾਂ ਦੇ ਵਿੱਚ, ਮੈਂ ਧਾਰਮਿਕ ਆਗੂ ਜਿਹੜੀ ਆ ਗੱਲ ਬਾਅਦ 'ਚ ਆ, ਪਹਿਲਾਂ ਕਿਸਾਨ ਦਾ ਪੁੱਤ ਆ। ਮੈਂ ਆਪ ਖੇਤੀ ਕੀਤੀ ਆ, ਹੱਥੀਂ ਹਲ ਵਾਹਿਆ ਵਾ, ਹੱਥੀਂ ਖੇਤਾਂ 'ਚੋਂ ਘਾਹ ਕੁੱਤਿਆ ਵਾ, ਹੱਥੀਂ ਕੱਖ ਪੱਠਾ ਵੱਢਿਆ ਵਾ। ਇਸ ਕਰਕੇ ਕਿਸਾਨ ਦਾ ਪੁੱਤ ਪਹਿਲਾਂ ਵਾ। ਫਾਦਰ ਸਾਹਿਬ ਮੇਰੇ ਜਿਹੜੇ ਉਹ ਦੇਸ਼ ਦੀ ਸਰਹੱਦਾਂ ਦੀ ਰਾਖੀ 65-71 ਦੀ ਲੜਾਈ ਵੀ ਲੜੀ ਆ, 18 ਸਿੱਖ ਰੈਜੀਮੈਂਟ ਫੌਜ ਵਿੱਚ ਸੇਵਾ ਕੀਤੀ ਆ। ਤਾਂ ਅਸੀਂ ਦੇਸ਼ ਦੀ ਵੀ ਸੇਵਾ ਕੀਤੀ ਆ ਤੇ ਕਿਸਾਨ ਦੇ ਪੁੱਤਾਂ, ਕਿਸਾਨ ਦੀ ਵੀ ਸੇਵਾ, ਧਾਰਮਿਕ ਧਰਮ ਦੀ ਸੇਵਾ ਵੀ ਕਰ ਰਹੇ ਆ। ਤੇ ਇਹਦੇ ਵਾਸਤੇ ਹਮੇਸ਼ਾ ਹੀ ਜਿੱਥੇ ਵੀ ਕਿਤੇ ਕੋਈ ਇਕੱਲੀ ਗੱਲ ਕਿਸਾਨਾਂ ਦੀ ਨਹੀਂ, ਕਿਸੇ ਦੇ ਖਿਲਾਫ ਵੀ ਬੇਇਨਸਾਫੀ ਹੋਈ ਆ ਤਾਂ ਮੈਂ ਉੱਥੇ ਹਿੱਕ ਢਾਹ ਕੇ ਲੜਿਆ। ਚਾਹੇ ਉਹ ਗੱਲ ਹਿੰਦੂਆਂ ਦੀ ਹੋਵੇ, ਸਿੱਖਾਂ ਦੀ ਹੋਵੇ, ਮੁਸਲਮਾਨਾਂ ਦੀ ਹੋਵੇ, ਈਸਾਈਆਂ ਦੀ ਹੋਵੇ, ਚਾਹੇ ਕਿਸਾਨਾਂ ਦੀ ਹੋਵੇ, ਮਜ਼ਦੂਰਾਂ ਦੀ ਹੋਵੇ। ਤੁਸੀਂ ਪਿਛਲੇ ਸਮੇਂ 'ਚ ਦੇਖਿਆ ਹੋਊਗਾ, ਇਹ ਕਿਸਾਨ ਜਿਹੜਾ ਸੀਗਾ ਉਹ ਚੜ੍ਹਾਈ ਕਰ ਗਿਆ ਸੀ ਥਰਮਲ ਪਲਾਂਟ ਬਠਿੰਡਾ ਦੇ ਅੱਗੇ, ਤਾਂ ਅਸੀਂ ਉਹਦੇ ਪਰਿਵਾਰ ਨੂੰ ਜਾ ਕੇ ਜਿਹੜੀ ਮਦਦ ਕੀਤੀ ਜਾ ਕੇ ਉੱਥੇ। ਮੈਨੂੰ ਇੱਕ ਪੰਥਕ ਮਸਲਾ ਯਾਦ ਆ ਰਿਹਾ, ਬੜਾ ਇੰਪੋਰਟੈਂਟ ਮਸਲਾ ਹੈਗਾ, ਅਜੋਕੇ ਦੌਰ 'ਚ ਬੜੀ ਚਰਚਾ ਹੁੰਦੀ ਹੈ ਦਾਦੂਵਾਲ ਸਾਹਿਬ ਕਿ ਆਰਐਸਐਸ ਤੋਂ ਸਿੱਖਾਂ ਨੂੰ ਬੜਾ ਖਤਰਾ ਹੋ ਗਿਆ, ਆਰਐਸਐਸ ਦੇ ਬੰਦੇ ਐਸਜੀਪੀਸੀ 'ਚ ਸ਼ਾਮਲ ਹੋ ਗਏ ਆ। ਸਿੱਖ ਨੁਮਾਇੰਦਿਆਂ 'ਤੇ ਸਵਾਲ, ਜਿਵੇਂ ਤੁਹਾਡੇ 'ਤੇ ਸਵਾਲ ਖੜਾ ਕਰਦੇ ਆ। ਪਿਛਲੇ ਦਿਨੀ ਜਦੋਂ ਇਜਲਾਸ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਥੇਦਾਰ ਸਾਹਿਬ ਦੀ ਹਾਜ਼ਰੀ 'ਚ ਇਹ ਮਤਾ ਪਾਸ ਕੀਤਾ ਗਿਆ, ਸ਼ਾਇਦ ਪਹਿਲੀ ਵਾਰ ਇਹ ਰੈਜ਼ੋਲੂਸ਼ਨ ਪਾਸ ਹੋਇਆ ਕਿ ਆਰਐਸਐਸ ਜਿਹੜੀ ਆ ਮਿਨੋਰਟੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਹਾਡਾ ਕੀ ਨਜ਼ਰ ਹੈ ਆਰਐਸਐਸ ਦੇ ਬਾਰੇ? ਦੇਖੋ, ਹਰ ਧਰਮ ਦੀਆਂ ਆਪੋ ਆਪਣੀਆਂ ਸੰਸਥਾਵਾਂ ਨੇ। ਇਸਲਾਮ ਦੀਆਂ ਆਪਣੀਆਂ ਜਥੇਬੰਦੀਆਂ ਨੇ, ਈਸਾਈਆਂ ਦੀਆਂ ਆਪਣੀਆਂ ਨੇ, ਸਿੱਖਾਂ ਦੀਆਂ ਆਪਣੀਆਂ ਨੇ, ਤੇ ਮੁਸਲਮਾਨਾਂ ਆਪਣਾ ਹਿੰਦੂ ਬ੍ਰਾਹਮਣਾਂ ਦੀਆਂ ਆਪਣੀਆਂ ਨੇ ਜਥੇਬੰਦੀਆਂ। ਸਾਨੂੰ ਹੱਕ ਆ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ। ਆਰਐਸਐਸ ਨੂੰ ਪੂਰਾ ਹੱਕ ਆ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ, ਪਰ ਸਾਡੇ ਧਰਮ 'ਚ ਦਖਲਅੰਦਾਜ਼ੀ ਨਾ ਕਰਨ। ਸਾਨੂੰ ਪੂਰਾ ਹੱਕ ਆ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੀਏ, ਪਰ ਅਸੀਂ ਦੂਜੇ ਦੇ ਧਰਮ ਨੂੰ ਦਖਲਅੰਦਾਜ਼ੀ ਨਾ। ਤੁਹਾਨੂੰ ਲੱਗਦਾ ਹੈ ਕਿ ਦੋਵੇਂ ਧਿਰਾਂ ਇੱਕ ਦੂਸਰੇ ਦੀ ਦਖਲ ਦੇ ਰਹੀਆਂ? ਨਹੀਂ, ਇਸ ਤਰ੍ਹਾਂ ਦੀ ਗੱਲ ਮੇਰੇ ਜਿਹੜਾ ਕੋਈ ਸਾਹਮਣੇ, ਇਹ ਤਾਂ ਇੱਕ ਅਸਲ ਨਾ ਸੋਢੀ ਸਾਹਿਬ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ, ਜਿਵੇਂ ਬੀ ਟੀਮ ਵਾਲਾ ਲਫ਼ਜ਼ ਹੈ ਨਾ, ਕਾਲੀ ਜਿਹੜੇ ਕਾਂਗਰਸੀਆਂ ਲਈ ਤੇ ਕਾਂਗਰਸੀ ਕਾਲੀਆਂ ਲਈ ਵਰਦੇ, ਇਸੇ ਤਰ੍ਹਾਂ ਇੱਕ ਹਊਆ ਖੜਾ ਕਰ ਦਿੱਤਾ ਕਿ ਆਰਐਸਐਸ ਨੇ ਆਹ ਕਰਤਾ ਜਾਂ ਆਰਐਸਐਸ ਨੇ ਆਹ ਕਰਤਾ। ਦੱਸੋ ਆਰਐਸਐਸ ਨੇ ਕੀ ਕਰਤਾ? ਉੱਥੇ ਜਿਹੜੇ ਬਾਦਲ ਦਲ ਬੈਠਾ ਵਾ, ਉਹਨਾਂ ਨੇ ਸਾਰੇ ਫੈਸਲੇ ਲਏ ਆ ਗਲਤ। ਅੱਜ ਉਹੀ ਜਿਹੜੇ ਆਰਐਸਐਸ ਦੇ ਖਿਲਾਫ ਬੋਲ ਰਹੇ, ਜਿਹੜੇ ਕੱਲ ਆਰਐਸਐਸ ਦੇ ਨਾਲ ਸੀਗੇ, ਬੀਜੇਪੀ ਦੇ ਨਾਲ ਸੀ, ਅੱਜ ਅਲਾਇੰਸ ਟੁੱਟ ਗਿਆ ਉਹਨਾਂ ਦਾ ਰਾਜਨੀਤਿਕ ਤੌਰ ਤੇ ਅੱਜ ਉਹ ਆਰਐਸਐਸ ਦੇ ਖਿਲਾਫ ਬੋਲਣ ਲੱਗ ਗਏ ਆ। ਇਹ ਤਾਂ ਸਿਰਫ ਸਾਨੂੰ ਗੁੰਮਰਾਹ ਕਰਨ ਦੀਆਂ ਗੱਲਾਂ। ਸਾਨੂੰ ਕਿਸੇ ਤੋਂ ਖਤਰਾ ਨਹੀਂ ਆ। ਸਾਨੂੰ ਨਾ ਕਿਸੇ ਆਰਐਸਐਸ ਤੋਂ ਖਤਰਾ, ਨਾ ਕਿਸੇ ਈਸਾਈ ਮੂਵਮੈਂਟ ਤੋਂ ਖਤਰਾ, ਨਾ ਇਸਲਾਮ ਦੀ ਮੂਵਮੈਂਟ ਤੋਂ ਖਤਰਾ। ਸਾਨੂੰ ਖਤਰਾ ਤੇ ਜਿਹੜੇ ਸਾਡੇ ਵਿੱਚ ਆ ਨਾ, ਜਿਹੜੇ ਸਿਰਫ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਇਹਨਾਂ ਜਥੇਬੰਦੀਆਂ ਦਾ ਨਾਂ ਲੈਂਦੇ ਆ, ਸਾਨੂੰ ਉਹਨਾਂ ਤੋਂ ਖਤਰਾ। ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ। ਸਾਨੂੰ ਇਹਨਾਂ ਤੋਂ ਖਤਰਾ ਜਿਹੜੇ ਸਾਡੇ ਲਿਬਾਸ ਵਿੱਚ ਆ ਤੇ ਕੰਮ ਵੀ ਸਾਡੇ ਹੀ ਖਿਲਾਫ ਕਰਦੇ ਆ। ਸੋ ਹਰ ਇੱਕ ਸੰਸਥਾ ਨੂੰ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਜਿਹੜੀ ਖੋਲ੍ਹਿਆ। ਅਸੀਂ ਸਾਡੀ ਕੱਲ੍ਹ ਨੂੰ ਕੋਈ ਸਾਡੀ ਕਹਦੇ ਵੀ ਸ਼੍ਰੋਮਣੀ ਕਮੇਟੀ ਸਾਡੇ 'ਚ ਦਖਲ ਕਰ ਰਹੀ ਆ, ਹਰਿਆਣਾ ਕਮੇਟੀ ਜੀ ਮੁਸਲਮਾਨਾਂ 'ਚ ਦਖਲ ਕਰ ਰਹੀ ਜਾਂ ਬ੍ਰਾਹਮਣਾਂ 'ਚ ਦਖਲ ਕਰ ਰਹੀ ਆ, ਇਹ ਕੇਵਲ ਹੁੰਦੀਆਂ ਨੇ ਬਦਨਾਮ ਕਰਨ ਦੀਆਂ ਗੱਲਾਂ। ਮੈਂ ਸਮਝਦਾ ਇਹਦੇ ਤੋਂ ਨਹੀਂ। ਸਾਨੂੰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਹਰ ਸੰਸਥਾ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਆ, ਪਰ ਦੂਜੇ ਧਰਮ 'ਚ ਦਖਲਅੰਦਾਜ਼ੀ, ਦੂਜੇ ਧਰਮ ਨੂੰ ਡੀਵਾਂ ਦਿਖਾਉਣਾ। ਹੁਣ ਸੌਦਾ ਸਾਧ ਨਾਲ ਵੀ ਸਾਡੀ ਇਹੀ ਲੜਾਈ ਸੀ। ਡੇਰੇ ਬਹੁਤ ਨੇ ਭਾਰਤ 'ਚ, ਹਰ ਡੇਰਾ ਆਪਣੇ ਕੋਈ ਸਮਾਜ ਦੀ ਸੇਵਾ ਕਰੇ, ਆਪਣੇ ਮਿਸ਼ਨ ਸਾਰ ਕੰਮ ਕਰੇ, ਸਾਡਾ ਕੋਈ ਇਤਰਾਜ਼ ਨਹੀਂ ਹੈ। ਸਾਡਾ ਸੌਦਾ ਸਾਧ ਨਾਲ ਇਤਰਾਜ਼ ਇਹ ਸੀ ਕਿ ਉਹ ਸਾਡੇ ਸਿੱਖ ਧਰਮ 'ਚ ਦਖਲ ਦਿੰਦਾ ਸੀ। ਤਾਂ ਇਹ ਕਢਾ ਕੇ ਮੈਂ ਉਹਦੇ ਸਾਹਮਣੇ ਖੜਾ ਹੋਇਆ ਕਿ ਤੂੰ ਗੁਰਮੀਤ ਰਾਮ ਰਹੀਮ ਬਣ ਕੇ ਤੇ ਤੂੰ ਸਾਰਿਆਂ ਨੂੰ ਭੰਬਲ ਭੂਸੇ ਪਾ ਰਿਹਾ। ਤੂੰ ਕਦੇ ਕ੍ਰਿਸ਼ਨ ਭਗਵਾਨ ਦਾ ਰੂਪ ਧਾਰ ਲੈਣਾ, ਕਦੇ ਮੁਹੰਮਦ ਸਾਹਿਬ ਦਾ, ਕਦੇ ਹੁਣ ਤੂੰ ਸਿੱਖ ਗੁਰੂਆਂ ਦਾ ਲਿਬਾਸ ਪਾ ਕੇ ਉਹਨਾਂ ਵਰਗਾ ਤੇ ਤੂੰ ਅੰਮ੍ਰਿਤ ਸੰਚਾਰ ਦੀ ਨਕਲ ਕਰ ਰਿਹਾ। ਸਾਡੀ ਲੜਾਈ ਉਹਨਾਂ ਨਾਲ ਇਹ ਸੀ। ਪਰ ਡੇਰਾਵਾਦੀ ਜਦੋਂ ਗੱਲ ਤੁਰਦੀ ਹੈ, ਹਾਲਾਂਕਿ ਸਿਰਸੇ ਵਾਲੇ ਮਸਲੇ 'ਚ ਤੇ ਬਿਆਸ ਵਾਲੇ ਮਸਲੇ 'ਚ ਬਹੁਤ ਫਰਕ ਹੈ। ਇਸ ਤਰ੍ਹਾਂ ਦੀ ਕੋਈ ਵੀ ਜਦੋਂ ਗੱਲ ਹੋਊਗੀ ਨਾ, ਜਦੋਂ ਸਾਡੇ ਧਰਮ 'ਚ ਚਾਹੇ ਆਰਐਸਐਸ ਦਖਲ ਕਰੇ, ਕੋਈ ਈਸਾਈ ਮੂਵਮੈਂਟ ਦਖਲ ਕਰੇ, ਉੱਥੇ ਕਢਾ ਕੇ ਅਸੀਂ ਖੜੇ ਹੋਵਾਂਗੇ ਉਹਦੇ ਖਿਲਾਫ। ਕੋਈ ਡੇਰਾ ਸਾਡੇ ਧਰਮ 'ਚ ਦਖਲ ਕਰੇ, ਅਸੀਂ ਉਹਦੇ ਖਿਲਾਫ ਖੜੇ ਹੋਵਾਂਗੇ। ਪਰ ਜੇ ਕੋਈ ਆਪਣਾ ਪ੍ਰਚਾਰ ਪ੍ਰਸਾਰ ਆਪਣੇ ਧਰਮ ਦਾ, ਆਪਣੀ ਸੰਸਥਾ ਦਾ ਕਰਦਾ, ਜੀ ਸਦਕੇ ਕਰੇ ਸਾਰਿਆਂ ਨੂੰ। ਇੱਥੇ ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਤੁਸੀਂ ਆ। ਉਹਨੇ ਗੱਲ ਕਹੀ ਕਿ ਜਿਹੜੇ ਪੀੜਤ ਲੋਕ ਨੇ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ, ਅਸੀਂ ਉਹਨਾਂ ਦੇ ਨਾਲ ਖੜਾਂਗੇ ਤੇ ਖੜਦੇ ਆ ਰਹੇ ਹਾਂ। ਪਰ ਮੈਂ ਡੇਰਾ ਬਿਆਸ ਦੀ ਗੱਲ ਕਰੂੰਗਾ। ਤੁਹਾਡੀ ਬੜੇ ਦੋਸਤਾਨਾ ਸੰਬੰਧ ਨੇ, ਪਿਛਲੇ ਦਿਨੀ ਤੁਹਾਨੂੰ ਢਿੱਲੋਂ ਸਾਹਿਬ ਮਿਲ ਕੇ ਵੀ ਆਏ ਨੇ, ਜਿਹੜੇ ਡੇਰਾ ਮੁਖੀ ਨੇ। ਉੱਥੇ ਵੀ ਇੱਕ ਐਜੀਟੇਸ਼ਨ ਚੱਲਦਾ ਰਿਹਾ। ਲੋਕ ਕਹਿ ਰਹੇ ਸੀ ਕਿ ਸਾਡੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ਾ ਹੋ ਰਿਹਾ, ਪਰ ਕੋਈ ਸੁਣਵਾਈ ਹੋਈ ਨਹੀਂ ਪ੍ਰਸ਼ਾਸਨਿਕ ਲੈਵਲ ਤੇ ਵੀ। ਉੱਥੇ ਤੁਸੀਂ ਨਾਲ ਕਿਉਂ ਨਾ ਖੜੇ? ਦੇਖੋ, ਇਹ ਕਈਆਂ ਦਾ ਕੰਮ ਹੁੰਦਾ ਰੌਲਾ ਪਾਉਣਾ, ਕਈਆਂ ਦਾ ਕੰਮ ਹੁੰਦਾ ਵਰਕ ਕਰਨਾ। ਮੈਂ ਵਰਕ ਕੀਤਾ। ਮੇਰੇ ਕੋਲੇ ਕਈ ਬੰਦੇ ਜਿਹੜੇ ਸੀ ਕਾਗਜ਼ਾਤ ਲੈ ਕੇ, ਉਹਨਾਂ ਦੇ ਬਜ਼ੁਰਗ ਸਾਂਝੇ ਮਸਤਰਕੇ ਖਾਤੇ 'ਚੋਂ ਜ਼ਮੀਨਾਂ ਵੇਚ ਗਏ ਜਦੋਂ ਸਾਂਝੀਆਂ ਤਕਸੀਮਾਂ ਨਹੀਂ ਸੀ ਹੋਈਆਂ। ਹੁਣ ਦੂਸਰਾ ਜਿਹੜਾ ਪਰਿਵਾਰ ਵੇਚ ਗਿਆ, ਪੈਸੇ ਤਾਂ ਉਹ ਲੈ ਗਿਆ ਡੇਰੇ ਕੋਲੋਂ, ਦੂਜੇ ਰੌਲਾ ਪਾ ਰਹੇ ਨੇ। ਹੁਣ
ਕਈ ਜਗ੍ਹਾ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਤੁਸੀਂ ਨੇ। ਉਸ ਮਸਲੇ ਤੇ ਡੇਰੇ ਨੂੰ ਕਲੀਨ ਚਿਟ ਦਿੰਦੇ ਹੋ? ਨਹੀਂ, ਮੈਂ ਇਸ ਮਸਲੇ ਤੇ ਜ਼ਰੂਰ, ਜੇ ਕਿਸੇ ਦਾ ਹੱਕ ਹੈਗਾ ਮੇਰੇ ਕੋਲ ਲਿਆਓ ਕਾਗਜ਼, ਮੇਰੇ ਕੋਲ ਡੇਰਾ ਬਿਆਸ ਮੁਖੀ ਆਇਆ, ਮੈਂ ਉਹਨਾਂ ਦੇ ਸਾਹਮਣੇ ਰੱਖ ਦੂੰ। ਮੈਂ ਪਹਿਲਾਂ ਵੀ ਰੱਖੇ, ਜਿਹੜੇ ਉਹਨਾਂ ਦੇ ਖੇਤੀਬਾੜੀ ਦੇ ਇੰਚਾਰਜ ਆ, ਮੈਂ ਉਹਨਾਂ ਕੋਲੇ ਰੱਖੇ ਆ। ਮੈਨੂੰ ਵਿਦੇਸ਼ਾਂ ਤੋਂ ਵੀ ਕਈ ਸਿੱਖਾਂ ਨੇ ਜਿਹੜੇ ਅਸੀਂ ਦਿੱਤੇ ਸੀ, ਮੈਂ ਉਹਨਾਂ ਸਾਹਮਣੇ ਰੱਖੇ। ਜਿਹਦਾ ਨਿਕਲਿਆ ਉਹਦਾ ਹੱਕ ਮਿਲੂ। ਸਿੱਖ ਭਾਈਚਾਰੇ ਦੇ ਬਹੁਗਿਣਤੀ ਲੋਕ ਤੁਹਾਡੀ ਯਾਰੀ ਤੋਂ ਬਹੁਤ ਔਖੇ ਹੁੰਦੇ ਆ, ਕਈ ਵਾਰੀ ਰੌਲਾ ਇਸ ਤਰ੍ਹਾਂ ਦਾ ਹੁੰਦਾ। ਦਾਦੂਵਾਲ ਸਾਹਿਬ ਦੀ ਡੇਰਾ ਬਿਆਸ ਮੁਖੀ ਨਾਲ ਯਾਰੀ ਹਜ਼ਮ ਨਹੀਂ ਹੁੰਦੀ ਬਹੁਤੇ ਲੋਕਾਂ ਨੂੰ। ਦੇਖੋ, ਅਸੀਂ ਤਾਂ ਟਕਰਾਅ 'ਚ ਮਿਲੇ ਸੀਗੇ, ਟਕਰਾਅ ਸੀ ਗੁਰਦੁਆਰੇ ਦੇ ਮਸਲੇ ਤੇ। ਉਹਦਾ ਵੀ ਤੁਸੀਂ ਦੇਖੋ, ਇੱਕ ਨਾਲ 14 ਮਰਲੇ ਜਗ੍ਹਾ ਸੀ, ਜਿਹੜੇ ਪਿੰਡ ਵਾਲਿਆਂ ਦੀ ਸੀ, ਉਹ ਪਿੰਡ ਵਾਲੇ ਪੈਸੇ ਵੀ ਲੈ ਗਏ ਸੀ ਉਹਦੇ। ਅਸੀਂ ਫਿਰ ਵੀ ਸੰਘਰਸ਼ ਕਰਕੇ ਅਸੀਂ ਕਿਹਾ ਜੀ ਗੁਰਦੁਆਰਾ ਬਣਾਉਣਾ ਉਸੇ ਜਗ੍ਹਾ ਤੇ, ਉਹਦੇ ਪੈਸੇ ਵੀ ਲੈ ਗਏ ਸੀ ਉਹ ਪਿੰਡ ਵਾਲੇ। ਜਿਹੜੀ ਉਹ ਵੜੈਚ ਪੱਤੀ ਸੀਗੀ, ਚੀਮਾ ਪੱਤੀ ਅੱਜ ਵੀ ਆ ਉੱਥੇ। ਇਹ ਟਕਰਾਅ ਤੋਂ ਬਾਅਦ ਯਾਰੀ ਇੰਨੀ ਗੂੜੀ ਪੈ ਗਈ ਵੀ ਤੁਹਾਡੇ ਬਰਾਤੀ ਬਣ ਗਏ? ਨਹੀਂ, ਅਸਲ ਜਿਹੜੀ ਕਹਾਣੀ, ਅਸਲ ਇੱਕ ਦੂਜੇ ਨੂੰ ਸਮਝ ਕੇ। ਪਹਿਲਾਂ ਹੁੱਡਾ ਸਾਹਿਬ ਵੀ ਮੇਰੇ ਤੇ ਮੁਕੱਦਮੇ ਦਰਜ ਕਰਦੇ ਹੁੰਦੇ ਸੀਗੇ। ਫਿਰ ਹੁੱਡਾ ਸਾਹਿਬ ਨੇ ਜਿਹੜਾ ਸੀ, ਜਦੋਂ ਹਰਿਆਣਾ ਕਮੇਟੀ ਬਣੀ, ਉਹਨਾਂ ਦੇਖਿਆ ਵੀ ਇਹ ਬੰਦਾ ਡੇਰੇ ਦੇ ਖਿਲਾਫ ਲੜ ਰਿਹਾ, ਸੱਚਾਈ, ਉਹਨਾਂ ਨੇ ਮੈਨੂੰ ਮੈਂਬਰ ਵੀ ਉਹਦੇ ਵਿੱਚ ਜਿਹੜਾ ਸੀਗਾ ਪਾਇਆ। ਉਸ ਵੇਲੇ ਜਦੋਂ ਕਮੇਟੀ ਬਣੀ ਆ, ਕਿਸੇ ਨੂੰ ਸਮਝਣਾ, ਡੇਰਾ ਬਿਆਸ ਮੁਖੀ ਨੂੰ ਜਦੋਂ ਅਸੀਂ ਕਿਹਾ ਕਿ ਆਹ ਜਿਹੜੀ ਜਗ੍ਹਾ ਦਾ ਰੌਲਾ, ਪੰਥ ਦਾ ਰੌਲਾ, ਉਹ ਕਹਿੰਦੇ ਦੱਸੋ ਕਿੱਥੇ ਹੈ ਜੀ। ਇੱਕ ਨਾਲ 14 ਮਰਲੇ, ਅੱਜ 2.5 ਕਿੱਲਿਆਂ 'ਚ ਗੁਰਦੁਆਰਾ ਬਣਿਆ ਪਿਆ। ਉੱਥੇ 2 ਗ੍ਰੰਥੀ ਅੰਮ੍ਰਿਤਧਾਰੀ ਸਿੰਘ ਰਹਿੰਦੇ ਆ। ਜਿੰਨੇ ਡੇਰਾ ਬਿਆਸ ਦੇ ਪੈਰੋਕਾਰ ਸਾਰੇ ਉੱਥੇ ਮੱਥਾ ਟੇਕਦੇ ਆ। ਉਹਨਾਂ ਦੇ ਖੁਸ਼ੀ ਗਮੀ ਦੇ ਕਾਰਜ, ਆਨੰਦ ਕਾਰਜ ਉੱਥੇ ਹੁੰਦੇ ਆ। ਤੇ ਉਹ ਦਰਬਾਰ ਸਾਹਿਬ ਮੱਥਾ, ਵਿਦੇਸ਼ਾਂ ਦੇ ਅੰਦਰ ਜਿਹੜੇ ਡੇਰਾ ਬਿਆਸ ਦੇ ਪੈਰੋਕਾਰ ਬੈਠੇ, ਉਹ ਗੁਰੂ ਘਰਾਂ 'ਚ ਜਾਣ ਲੱਗ ਗਏ, ਸਹਿਜ ਪਾਠ, ਅਖੰਡ ਪਾਠਾਂ ਦੇ ਰੌਲਾ ਲਾਉਂਦੇ ਆ। ਤੇ ਜੇ ਇਸ ਯਾਰੀ 'ਚੋਂ ਪੰਥ ਦਾ ਭਲਾ, ਸਮਾਜ ਦਾ ਭਲਾ ਹੁੰਦਾ, ਜੇ ਇਸ ਗੱਲਬਾਤ, ਇੱਕ ਦੂਜੇ ਨਾਲ ਗੱਲਬਾਤ ਕਰ, ਤੁਸੀਂ ਇਹਨੂੰ ਯਾਰੀ ਲਫ਼ਜ਼ ਕਹਿੰਦੇ ਆ, ਜੇ ਇਸ ਪਿਆਰ ਦੇ ਵਿੱਚੋਂ, ਇਸ ਯਾਰੀ 'ਚੋਂ ਆਪਸ ਵਿੱਚ ਬੈਠ ਕੇ, ਇੰਟਰਫੇਥ ਵੀ ਕਿਸੇ ਨਾਲ ਮਿਲਾਪ ਹੋ ਸਕਦਾ। ਮੈਂ ਬਹੁਤ ਸਾਰੇ ਐਸੇ ਫੰਕਸ਼ਨਾਂ 'ਚ ਗਿਆ ਜਿੱਥੇ ਮੁਸਲਮਾਨ ਵੀ ਸੀ, ਜਿੱਥੇ ਜੈਨੀ ਵੀ ਸੀ, ਜਿੱਥੇ ਬ੍ਰਾਹਮਣ ਵੀ ਸੀ, ਜਿੱਥੇ ਸਿੱਖਾਂ ਦੇ ਤੌਰ ਤੇ ਮੈਨੂੰ ਸੱਦਿਆ। ਕਾਂਸਟੀਟਿਊਸ਼ਨ ਕਲੱਬ ਆ ਪਾਰਲੀਮੈਂਟ ਦੇ ਨਾਲ ਦਿੱਲੀ 'ਚ, ਉੱਥੇ ਅਸੀਂ ਸਾਰੇ ਇੰਟਰਫੇਥ ਸਮਾਗਮ ਜਿਹੜਾ ਸੀ ਹੋਇਆ। ਮੈਂ ਮੁਸਲਮਾਨਾਂ 'ਚ ਜਾ ਕੇ ਵੀ ਬੋਲਦਾ। ਸਾਡੇ ਕਾਦੀਆਂ ਅਹਿਮਦੀਆ ਜਮਾਤ ਦਾ ਮੁੱਖ ਸਥਾਨ ਆ, ਤੇ ਉਹਨਾਂ ਦਾ ਸਾਲਾਨਾ ਜਲਸਾ ਦਸੰਬਰ ਦੇ ਮਹੀਨੇ ਹੁੰਦਾ, ਮੈਂ ਉੱਥੇ ਜਾ ਕੇ ਵੀ ਬੋਲਿਆ। ਆਪਣੇ ਧਰਮ 'ਚ ਅਸੀਂ ਪੱਕੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਤੇ ਦੂਜੇ ਧਰਮਾਂ ਦੇ ਲੋਕਾਂ ਜਾਂ ਦੂਜੇ ਜਿਹੜੇ ਇੰਟਰਫੇਥ, ਕਿਸੇ ਨਾਲ ਵੀ ਸਾਡੇ ਰਿਲੇਸ਼ਨ ਹੋ ਸਕਦੇ ਆ, ਪਰ ਉਹਦੇ ਤੋਂ ਪੰਥ ਦਾ, ਪੰਜਾਬ ਦਾ, ਸਮਾਜ ਦਾ ਭਲਾ ਹੋਵੇ, ਉਹ ਕੋਈ ਮਾੜਾ ਨਹੀਂ ਆ ਕਿਸੇ ਨਾਲ ਵੀ। ਹਾਂ, ਅਸੀਂ ਕਿਸੇ ਨਾਲ ਕਿਸੇ ਰਿਲੇਸ਼ਨ ਕਰਕੇ ਅਸੀਂ ਪੰਜਾਬ ਦਾ ਨੁਕਸਾਨ ਕਰਦੇ ਹੋਈਏ, ਪੰਥ ਦਾ ਨੁਕਸਾਨ ਕਰਦੇ ਹੋਈਏ, ਸਮਾਜ ਦਾ ਨੁਕਸਾਨ, ਮਨੁੱਖਤਾ ਦਾ ਨੁਕਸਾਨ ਕਰਦੇ ਹੋਈਏ, ਉਹ ਮਾੜੀ ਗੱਲ ਆ। ਹੁਣ ਤੁਸੀਂ ਦੱਸੋ, ਜਦੋਂ ਦਾ ਸਾਡੇ ਜਿਹੜੇ ਸਬੰਧ ਬਣੇ, ਉਦੋਂ ਦਾ ਜਿਹੜਾ ਸੀਗਾ ਪੀਸਫੁਲ, ਅਮਨ ਸ਼ਾਂਤੀ ਵਾਲੇ ਪਾਸੇ ਜਾਂ ਗੁਰੂ ਘਰ ਵਾਲੇ ਪਾਸੇ ਝੁਕਾਅ ਵਧਿਆ ਹੀ ਆ। ਇਹ ਤਾਂ SGPC ਨੂੰ ਪੁੱਛੋ, SGPC ਕਹਿੰਦੀ ਹੈ ਸਾਡੀ ਉਸ ਵੇਲੇ ਕਰੋੜਾਂ ਦੇ ਬਜਟ ਜਿਹੜਾ ਸੀ ਸਾਡਾ ਵੱਧ ਗਿਆ, ਜਦੋਂ ਉਹਨਾਂ ਨੇ ਜਾ ਕੇ ਮੱਥਾ ਟੇਕਿਆ। ਉਹਨਾਂ ਦੇ ਪੈਰੋਕਾਰ ਪਹਿਲਾਂ ਜਿਹੜੇ ਆਉਂਦੇ ਸੀਗੇ ਦੂਜੀਆਂ ਸਟੇਟਾਂ 'ਚ, ਉਹ ਡੇਰਾ ਬਿਆਸ ਤੱਕ ਆਉਂਦੇ ਸੀਗੇ, ਉਹਨਾਂ ਦੀ ਰੇਲ ਗੱਡੀ ਦੀ ਟਿਕਟ ਉੱਥੇ ਤੱਕ ਹੁੰਦੀ ਸੀਗੀ। ਹੁਣ ਉਹਨਾਂ ਦੀ ਟਿਕਟ ਜਿਹੜੀ ਆ, ਉਹ ਅੰਮ੍ਰਿਤਸਰ ਸਾਹਿਬ ਤੱਕ ਹੁੰਦੀ ਆ, ਉਹ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਆ। ਸੋ ਜੇਕਰ ਇਸ ਸਬੰਧਾਂ ਦੇ ਵਿੱਚੋਂ ਪੰਥ ਦਾ, ਪੰਜਾਬ ਦਾ, ਸਮਾਜ ਦਾ, ਲੋਕਾਂ ਦਾ, ਮਨੁੱਖਤਾ ਦਾ ਭਲਾ ਹੋਇਆ ਤੇ ਮਾੜਾ ਕੀ ਆ। ਬਾਕੀ ਜਿਹੜੇ ਕਹਿਣ ਵਾਲੇ ਆ, ਇੱਕ ਗੱਲ ਹੋਰ ਦੱਸਾਂ, ਜਿਹੜੇ ਕਹਿਣ ਵਾਲੇ ਆ, ਉਹਨਾਂ ਨੂੰ ਆਪਣਾ ਖਤਰਾ ਪੈਦਾ ਹੁੰਦਾ ਵੀ ਲਾਹਾ ਤੇ ਅਸੀਂ ਲੈਣਾ ਸੀਗਾ ਇਸ ਪਾਸੋਂ, ਕੋਈ ਵੋਟ ਬੈਂਕ ਦਾ ਜਾਂ ਹੋਰ, ਜੇ ਦਾਦੂਵਾਲ ਵਰਗੇ ਸਿੱਖ ਇਹਦੇ 'ਚ ਖੜ ਗਏ ਤਾਂ ਸਾਨੂੰ ਇਹ ਲਾਹਾ ਨਹੀਂ ਮਿਲਣਾ। ਉਹਨਾਂ ਨੂੰ ਆਪਣਾ ਖਤਰਾ ਪੈਦਾ ਹੋਇਆ, ਤਾਂ ਉਹ ਬਦਲ ਕੇ ਜ਼ਿਆਦਾ ਰੌਲਾ ਪਾਉਂਦੇ, ਹੋਰ ਨਹੀਂ ਕੋਈ। ਪਿਛਲੇ ਇੰਟਰਵਿਊ 'ਚ ਵੈਸੇ ਤੁਸੀਂ ਕਾਫੀ ਗੱਲਾਂ ਕਲੀਅਰ ਕਰ ਦਿੱਤੀਆਂ ਸੀ। ਮੈਂ ਚਾਹਣਾ ਕਿ ਹੁਣ ਨਵੇਂ ਸਰੋਤੇ, ਨਵੇਂ ਦਰਸ਼ਕ ਜੁੜਨਗੇ, ਜਾਂਦੇ ਜਾਂਦੇ ਇਹ ਵੀ ਗੱਲ ਕਲੀਅਰ ਕਰ ਦਿਓ ਕਿ ਫਿਰ ਇਹ ਦੋਸਤੀ ਕਿਵੇਂ ਗੂੜੀ ਹੋਈ ਤੇ ਫਿਰ ਡੇਰਾ ਮੁਖੀ ਤੁਹਾਡੇ ਬਰਾਤੀ ਕਿਵੇਂ ਬਣੇ? ਇਸੇ ਤਰ੍ਹਾਂ ਜਦੋਂ ਉੱਥੇ ਅਸੀਂ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀਗਾ, ਜਦੋਂ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਣ ਤੱਕ ਗੱਲ ਚਲੇ ਗਈ ਸੀਗੀ, ਤਾਂ ਅਸੀਂ ਨੀਂਹ ਪੱਥਰ ਰੱਖਿਆ, ਉਹਨਾਂ ਦਿਨਾਂ 'ਚ ਹੀ ਮੇਰਾ ਆਨੰਦ ਕਾਰਜ ਸੀਗਾ। ਉਹ ਮਾਰਚ ਦੇ ਮਹੀਨੇ 'ਚ ਰੱਖਿਆ ਸੀਗਾ ਅਸੀਂ ਨੀਂਹ ਪੱਥਰ, ਸ਼ਾਇਦ 3 ਜਾਂ 13 ਦੇ ਕਰੀਬ ਇੱਥੇ ਜੇ ਸੀਗਾ, ਤੇ 3 ਅਪ੍ਰੈਲ ਦਾ ਮੇਰਾ ਆਨੰਦ ਕਾਰਜ ਸੀਗਾ। ਤੇ ਉਦੋਂ ਉਹਨਾਂ ਨੂੰ ਸੱਦਾ ਦਿੱਤਾ, ਉਹਨਾਂ ਨੇ ਮੈਨੂੰ ਵਧਾਈ ਦਿੱਤੀ। ਤੁਹਾਡੇ ਅਜੀਤ ਅਖਬਾਰ ਦੇ ਫਰੰਟ ਤੇ ਖਬਰ ਲੱਗੀ ਸੀ ਮੇਰੇ ਆਨੰਦ ਕਾਰਜਾਂ ਦੀ, ਵੀ ਇੰਨੀ ਤਰੀਕ ਨੂੰ ਆਨੰਦ ਕਾਰਜ ਹੋਣਗੇ। ਉਹਨਾਂ ਵਧਾਈ ਦਿੱਤੀ, ਅਸੀਂ ਸੱਦਾ ਦਿੱਤਾ, ਉਹ ਆਏ। ਇਹ ਸਗੋਂ ਵਧੀਆ ਗੱਲ, ਉਹਨਾਂ ਨੇ ਆ ਕੇ ਵੀ ਕਿਹਾ, ਕਹਿੰਦੇ ਮੈਂ ਜ਼ਿੰਦਗੀ 'ਚ ਕਿਸੇ ਦੇ ਆਨੰਦ ਕਾਰਜ ਤੇ ਨਹੀਂ ਗਿਆ, ਮੈਂ ਘਰ 'ਚ ਆਪਣੇ ਪਰਿਵਾਰ ਬੱਚਿਆਂ ਦੇ ਆਨੰਦ ਕਾਰਜ ਵੀ ਘਰੇ ਕੀਤੇ ਆ, ਮੈਂ ਕਿਸੇ ਦਾ ਬਰਾਤੀ ਨਹੀਂ ਬਣਿਆ। ਪਰ ਮੈਨੂੰ ਮਾਣ ਹੋਇਆ ਕਿ ਮੈਂ ਇੱਕ ਸਿੱਖ ਦਾ ਬਰਾਤੀ ਬਣਿਆ, ਮੈਂ ਸਿੱਖ ਦੇ। ਔਰ 3.5 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਸਾਰੇ ਆਨੰਦ ਕਾਰਜਾਂ ਦਾ, ਸੰਗਤ ਦੇ ਵਿੱਚ ਬੈਠ ਕੇ, ਕੋਈ ਵੱਖਰਾ ਆਸਣ ਨਹੀਂ ਸੀ ਲੱਗਾ, ਕੋਈ ਗੱਦੀ ਨਹੀਂ ਸੀ ਲੱਗੀ, ਇੱਕ ਸਿੱਖ ਸ਼ਰਧਾਲੂ ਦੀ ਤਰ੍ਹਾਂ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਹੁਣ ਵੀ ਇੱਕ ਵੀਡੀਓ ਵਾਇਰਲ ਹੋਈ ਆ ਦਾਦੂ ਸਾਹਿਬ ਮੱਥਾ ਟੇਕਣ ਦੀ, ਉਹਨਾਂ ਦੀ ਤੁਸੀਂ ਦੇਖੋ ਕਿੰਨੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਦੇ ਘਰ ਦੇ ਵਿੱਚ ਸਰੂਪ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ। ਜੇ ਆਪਾਂ ਹੌਲੀ ਹੌਲੀ ਇਸ ਤਰ੍ਹਾਂ ਕਿਸੇ ਨੂੰ ਤੋੜਨ ਨੂੰ, ਤਾਂ ਜਿਹਨੂੰ ਮਰਜ਼ੀ ਤੋੜ ਸਿੱਟੀ ਜਾਓ। ਸਾਡੇ ਪੰਥ ਦੇ ਵਿੱਚੋਂ ਅਸੀਂ ਕਿੰਨਿਆਂ ਨੂੰ, ਅਸੀਂ ਦਲਿਤਾਂ ਨੂੰ ਤੋੜ ਕੇ ਸਿੱਟਤਾ ਕਿਸ ਤਰੀਕੇ ਨਾਲ। ਜੇ ਜੋੜਨ ਵਾਲੀ ਗੱਲ ਲੈ ਕੇ ਤੁਰਾਂਗੇ ਤੇ ਅਸੀਂ ਕਿਸੇ ਨੂੰ ਵੀ ਪਿਆਰ ਦੇ, ਤਬਲੀਗ ਦੇ ਰਸਤੇ, ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ ਧਰਮ ਤਬਦੀਲ ਕਰਨਾ ਚਾਹੁੰਦਾ ਸੀਗਾ, ਅਸੀਂ ਜਿਹੜਾ ਪਿਆਰ ਦੇ ਨਾਲ ਕਿਸੇ ਨੂੰ ਆਪਣੇ ਧਰਮ ਦੀਆਂ ਸਾਈਆਂ ਜਿਹੜੀਆਂ ਉਹ ਦੱਸਦੇ ਹਾਂ
ਕਿ ਤਬਲੀਗ ਸਿੱਖਿਆ ਦੇ ਰਸਤੇ ਵੀ ਸਾਡੇ ਧਰਮ ਦੀਆਂ ਆਸ਼ਾਈਆਂ ਨੇ ਅਸੀਂ ਸਾਂਝੀਆਂ ਕਰਦੇ ਹਾਂ। ਹੁਣ ਵੀ ਜਦੋਂ ਕਿਤੇ ਮਿਲਾਪ ਹੁੰਦੀ ਸਾਡੀਆਂ ਕੋਈ ਬਹੁਤੀਆਂ ਪੋਲੀਟਿਕਸ ਗੱਲਾਂ ਨਹੀਂ ਹੁੰਦੀਆਂ ਜੀ, ਅਸੀਂ ਧਰਮ ਦੀਆਂ ਗੱਲਾਂ ਜ਼ਿਆਦੀਆਂ ਕਰਦੇ ਹਾਂ, ਗੁਰਬਾਣੀ ਬਾਰੇ, ਇਤਿਹਾਸ ਬਾਰੇ, ਉਹਨਾਂ ਨਾਲ ਕਾਫੀ ਗੱਲਾਂ ਬਾਤਾਂ ਜਿਹੜੀਆਂ ਜਦੋਂ ਵੀ ਅਸੀਂ ਬੈਠਦੇ ਹਾਂ, ਕਈ ਵਾਰੀ ਘੰਟਿਆਂ ਬੱਧੀ ਪਿਛਲੀ ਬੈਠੇ ਆ। ਬੈਠਕ 'ਚ ਕੀ ਸੰਵਾਦ ਹੋਏ ਫਿਰ? ਆਹੀ ਜ਼ਿਆਦਾ ਸੀਗਾ ਇਹਦੇ 'ਚ। ਜਰਾ ਹੁਣ ਕਿਸਾਨੀ ਮੁੱਦੇ ਤੇ ਜ਼ਰੂਰ ਹੋਈ ਸੀ ਗੱਲਬਾਤ ਉਹਨਾਂ ਦੇ ਉਹਨਾਂ ਦਾ ਨਾਲ। ਕੀ ਉਹ ਸੋਚਣਾ ਇਸ ਚਿੰਤਤ ਮਸਲੇ ਸੀਗੇ ਇਸ ਗੱਲ ਤੋਂ ਨਾ, ਉਹ ਚਿੰਤਤ ਸੀ ਇਸ ਗੱਲ ਤੇ। ਉਹ ਕਹਿੰਦੇ ਵੀ ਮੈਨੂੰ ਚਿੰਤਾ ਕਿ ਇਹਦੇ ਨਾਲ ਜਿਹੜਾ ਵਾ ਕੋਈ ਇਸ ਤਰ੍ਹਾਂ ਦਾ ਗੱਲ ਨਾ, ਇਸ ਤਰ੍ਹਾਂ ਦੀ ਗੱਲ ਨਾ ਬਣੇ ਵੀ ਲੋਕਾਂ ਦਾ ਨੁਕਸਾਨ ਹੋਵੇ ਇਹਦੇ ਵਿੱਚ, ਵੀ ਦੇਸ਼ ਦਾ ਨੁਕਸਾਨ ਹੋਵੇ। ਉਹ ਚਿੰਤਤ ਸੀ ਉਹ ਵੀ ਇਸ ਗੱਲ ਤੋਂ, ਤੇ ਅਸੀਂ ਵੀ ਚਿੰਤਤ ਹਾਂ ਇਸ ਗੱਲ ਤੋਂ ਵੀ ਸਾਡੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਸਾਡੇ ਪੰਜਾਬ ਦਾ ਨੁਕਸਾਨ ਨਹੀਂ, ਕਿਉਂਕਿ ਪੰਜਾਬ ਲੀਡ ਕਰ ਰਿਹਾ ਇਸ ਸੰਘਰਸ਼ ਦੇ ਵਿੱਚ। ਤੁਸੀਂ ਕਿਹਾ ਨਹੀਂ ਕਿ ਅਸੀਂ ਵੀ ਬੋਲ ਰਹੇ ਹਾਂ, ਤੁਸੀਂ ਵੀ ਬੋਲੋ ਇਸ ਮਸਲੇ ਤੇ। ਉਹਨਾਂ ਕਈ ਗੱਲਾਂ ਹੁੰਦੀਆਂ, ਕਈ ਬੰਦੇ ਬੋਲ ਕੇ ਕੰਮ ਕਰਦੇ ਆ, ਕਈ ਪਿੱਚ ਦੇ ਵਿੱਚ ਖੇਡਦੇ, ਕਈ ਫੀਡਬੈਕ ਦੇ ਕੰਮ ਕਰਦੇ ਆ। ਉਹਨਾਂ ਦਾ ਆਪਣਾ, ਉਹ ਕਦੇ ਮੀਡੀਆ ਦੇ ਵਿੱਚ ਤੁਹਾਨੂੰ ਪਤਾ ਵੀ ਉਹ ਕਦੇ ਬਿਆਨਬਾਜ਼ੀ 'ਚੋਂ ਪਏ ਨਹੀਂ, ਉਹਨਾਂ ਦਾ ਆਪਣਾ ਸਟ੍ਰੈਟਜੀ ਉਹਨਾਂ ਦੀ ਚੱਲਦੀ ਆ। ਤੇ ਉਹ ਵੱਡੀ ਪੱਧਰ ਤੇ ਉਹਨਾਂ ਦੀ ਪ੍ਰਾਈਮ ਮਿਨਿਸਟਰ ਨਾਲ ਵੀ ਗੱਲਬਾਤ ਹੁੰਦੀ, ਹੋਮ ਮਿਨਿਸਟਰ ਨਾਲ ਵੀ ਹੁੰਦੀ ਆ, ਉਹਨਾਂ ਦੀ ਸਾਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਤੇ ਉਹ ਮੈਨੂੰ ਦੱਸ ਰਹੇ ਸੀਗੇ ਕਿ ਅਸੀਂ ਬਹੁਤ ਚਿੰਤਤ ਆ ਤੇ ਅਸੀਂ ਆਪਣੇ ਤੌਰ ਤੇ ਚਾਹੁੰਦੇ ਵੀ ਇਸ ਮਸਲੇ ਦਾ ਹੱਲ ਨਿਕਲੇ। ਬਹੁਤ ਗੱਲਾਂ ਐਸੀਆਂ ਹੁੰਦੀਆਂ ਨੇ, ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਬੰਦੀ ਸਿੰਘ ਰਿਹਾਈ ਮੋਰਚਾ ਚੱਲ ਰਿਹਾ, ਗੁਰਬਖਸ਼ ਸਿੰਘ ਹੁਣੀ ਅੰਬ ਸਾਹਿਬ ਬੈਠੇ ਸੀ, ਤਾਂ ਉਹਨਾਂ ਦਿਨਾਂ 'ਚ ਮੇਰਾ ਮਿਲਾਪ ਹੋਇਆ। ਮੈਂ ਕਿਹਾ ਜੀ ਦੇਖੋ, ਪੰਜਾਬ ਦੇ ਵਿੱਚ ਉਸ ਵੇਲੇ ਹਾਲਾਤ ਐਸੇ ਸੀ, ਅੱਜ ਜਿਹੜੇ ਉਦੋਂ ਦੇ ਮੁੰਡੇ ਬੈਠੇ ਆ ਜੇਲ੍ਹਾਂ ਦੇ ਵਿੱਚ, ਜਵਾਨੀਆਂ ਨਿਕਲ ਗਈਆਂ ਉਹਨਾਂ ਦੀਆਂ, ਅੱਜ ਹਾਲਾਤ ਕੀ ਆ ਪੰਜਾਬ ਦੇ, ਤੇ ਉਹਨਾਂ ਦੀ ਰਿਹਾਈ ਹੋ ਜੇ ਤਾਂ ਕੀ ਮਾੜੀ ਗੱਲ ਆ। ਮੈਂ ਕਿਹਾ ਤੁਸੀਂ ਵੀ ਲਿਖੋ ਸਰਕਾਰ ਨੂੰ। ਤਾਂ ਉਹਨਾਂ ਨੇ ਵੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ, ਦੇਖੋ ਵੀ ਇਹ ਅੱਜ ਮਾਹੌਲ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕਿ ਤੁਸੀਂ ਇਹਨਾਂ ਨੂੰ ਰਿਹਾ ਕਰ ਦਿਓ, ਇਹ ਆਪਣੇ ਘਰਾਂ 'ਚ ਰਹਿੰਦੀ ਜ਼ਿੰਦਗੀ ਬਤੀਤ ਕਰਨਗੇ। ਤਾਂ ਉਹਨਾਂ ਨੇ ਵੀ ਚਿੱਠੀ ਲਿਖੀ ਸੀ। ਦੇਖੋ ਇਹ ਹੁਣ ਪਿਛਲੇ ਫੀਡ ਮਤਲਬ ਬੈਕ ਤੇ ਰਹਿ ਕੇ ਕੰਮ ਕਰਨ ਵਾਲੀ ਗੱਲ, ਉਹਨਾਂ ਦੀ ਆਪਣੀ ਸਟ੍ਰੈਟਜੀ ਆ ਹਰ ਗੱਲ। ਕਈ ਬੰਦੇ ਕੇਵਲ ਬਿਆਨਬਾਜ਼ੀ ਤੱਕ ਸੀਮਿਤ ਹੁੰਦੇ, ਕਈ ਗੱਲ ਕੰਮ ਵੀ ਕਰਦੇ ਆ, ਦੱਸਦੇ ਵੀ ਆ। ਸੋ ਸਾਡੀ ਡਿਊਟੀ, ਜਿੱਦਾਂ ਅਸੀਂ ਲੋਕਾਂ 'ਚ ਵਿਚਰਦੇ ਆ, ਤਾਂ ਸਾਡੀ ਡਿਊਟੀ ਇਸ ਤਰ੍ਹਾਂ ਦੀ ਆ, ਅਸੀਂ ਹਰ ਥਾਂ ਤੇ ਜਾਂਦੇ ਹਾਂ, ਅਸੀਂ ਬੋਲ ਕੇ ਵੀ ਦੱਸਦੇ, ਮੀਡੀਆ 'ਚ ਵੀ ਜਾਂਦੇ, ਕੰਮ ਵੀ ਕਰਦੇ ਆ। ਪਰ ਉਹਨਾਂ ਦੀ ਸਟ੍ਰੈਟਜੀ ਆਪਣੀ ਤਰੀਕਾ, ਆਪੋ ਆਪਣਾ ਕੰਮ ਕਰੋ, ਤਰੀਕੇ ਨਾਲ ਉਹ ਕੰਮ ਕਰਦੇ। ਉਹ ਵੀ ਜਿਹੜਾ ਚਾਹੁੰਦੇ ਆ ਕਿ ਇਹਦਾ ਹੱਲ ਹੋਵੇ, ਕੋਈ ਨੁਕਸਾਨ ਮਨੁੱਖਤਾ ਦਾ ਜਿਹੜਾ ਉਹ ਨਾ ਹੋਵੇ। ਜੀ ਦਾਦੂਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਵਿਸਥਾਰ 'ਚ ਗੱਲਬਾਤ ਕਰਨ ਦੇ ਲਈ। ਧੰਨਵਾਦ ਜੀ ਤੁਹਾਡਾ ਵੀ ਸੋਢੀ ਸਾਹਿਬ, ਔਰ ਤੁਹਾਡੇ ਜਿਹੜਾ ਅਦਾਰੇ ਜਗਬਾਣੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਔਰ ਸਾਰੀਆਂ ਸੰਗਤਾਂ ਨੂੰ ਮੈਂ ਫਤਿਹ ਅਰਜ਼ ਕਰਦਾ ਤੁਹਾਡੇ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।